ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖੈਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਖੈਰਾ ਸਾਹਿਬ, ਸਟੂਡੈਂਟ ਲਾਈਫ ਹੁੰਦੀ ਹੈ, ਗੋਲਡਨ ਪੀਰੀਅਡ ਕਿਹਾ ਜਾਂਦਾ ਹੈ। ਕਾਲਜ ਲਾਈਫ ਨੂੰ ਹਮੇਸ਼ਾ ਯਾਦ ਰੱਖੀਦਾ। ਤੁਸੀਂ ਵੀ ਯਾਦ ਰੱਖਦੇ ਹੋ, ਮੈਂ ਵੀ ਯਾਦ ਰੱਖਦਾ, ਅਸੀਂ ਸਾਰੇ ਯਾਦ ਰੱਖਦੇ ਹਾਂ, ਕਿਉਂਕਿ ਸਟੂਡੈਂਟ ਲਾਈਫ ਲਾਈਕ ਅ ਫਰੀ ਬਰਡ ਹੈ ਨਾ, ਜਿਸਦਾ ਅਸਮਾਨ ਦੇ ਵਿੱਚ ਪੰਛੀ ਆਜ਼ਾਦ ਉੱਡਦਾ, ਉਸੇ ਤਰ੍ਹਾਂ ਦਾ ਉਹ ਜੀਵਨ ਹੁੰਦਾ ਹੈ। ਔਰ ਉਸ ਜੀਵਨ ਦੇ ਵਿੱਚ ਜੇ ਪ੍ਰੈਸ਼ਰਸ ਆ ਜਾਣ, ਉਸ ਜੀਵਨ ਦੇ ਵਿੱਚ ਜੇ ਕੁੜੱਤਨ ਆਵੇ ਔਰ ਇੱਥੋਂ ਤੱਕ ਹੋ ਜਾਵੇ ਕਿ ਬੰਦਾ ਇਮੋਸ਼ਨਲੀ ਚਾਰਜ ਹੋ ਕੇ ਸੁਈਸਾਈਡ ਤੱਕ ਕਰ ਲਵੇ, ਸੋ ਸਟੂਡੈਂਟ ਲਾਈਫ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਕਿਉਂਕਿ ਇਹ ਲਾਈਫ ਹੁੰਦੀ ਹੈ ਜੀਵਨ ਬਣਾਉਣ ਦੀ, ਅਤੇ ਤੁਸੀਂ ਜੀਵਨ ਖਤਮ ਕਰ ਲੈਂਦੇ ਹੋ, ਜਿਸ ਤਰ੍ਹਾਂ ਇਹ ਕੇਸ ਹੋਇਆ ਸਾਡੇ ਸਾਹਮਣੇ ਜਲੰਧਰ ਦੇ ਵਿੱਚ। ਸਾਡੇ ਨਾਲ ਜਵਾਕਾਂ ਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ, ਅਸੀਂ ਇੱਕ ਗੱਲੋਂ ਕਹਿੰਦੇ ਹਾਂ। ਹਾਂਜੀ, ਪਰ ਸਾਡੇ ਘਰ ਦੇ ਨਾ ਇੱਕ ਕਹਾਵਤ ਜ਼ਰੂਰ ਕਹਿੰਦੇ ਹੁੰਦੇ ਸੀ ਵੀ ਦਾਤੇ ਤੇ ਨਿਆਣਿਆਂ ਨੂੰ ਜਿੰਨਾ ਚੰਡ ਕੇ ਰੱਖੋ ਨਾ, ਉਨੇ ਹੀ ਸਹੀ ਰਹਿੰਦੇ ਆ। ਚੰਡ ਕੇ ਮਤਲਬ ਹੁੰਦਾ ਹੈਗਾ ਵੀ ਤੁਸੀਂ ਉਹਨਾਂ ਨੂੰ ਖੁੱਲ੍ਹ ਵੀ ਦੇਣੀ ਆ, ਪਰ ਉਹਨਾਂ ਨੂੰ ਇਹ ਦੱਸ ਦਿਓ ਵੀ ਪਿੱਛੇ ਡੰਡਾ ਆ। ਔਰ ਹੁਣ ਚੀਜ਼ਾਂ ਇੱਦਾਂ ਦੀਆਂ ਆ ਗਈਆਂ, ਅਸੀਂ ਇਮੋਸ਼ਨਲੀ ਬੜੇ ਕਮਜ਼ੋਰ ਹੋ ਗਏ। ਨਿਆਣੇ ਸਾਡਿਆਂ ਨੂੰ ਅਸੀਂ ਮਤਲਬ ਉੱਦਾਂ ਦਾ ਬਣਾਇਆ ਹੀ ਨਹੀਂ ਹੈਗਾ ਕਿ ਉਹ ਸਾਡੇ ਨਾਲ ਹਰ ਚੀਜ਼ ਜਿਹੜੀ ਉਹ ਸਾਂਝੀ ਕਰ ਲੈਣ। ਕਈ ਵਾਰ ਕਹਿ ਲਓ ਕਿ ਪ੍ਰੈਸ਼ਰ ਹੁੰਦਾ, ਪਰ ਫਿਰ ਇਹੀ ਕਹਿੰਦੇ ਆ ਵੀ ਹਰ ਤਰੀਕੇ ਦੇ ਨਿਆਣੇ ਹੁੰਦੇ ਆ, ਚਾਹੇ ਉਹ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਕਈ ਘੱਟ ਬੋਲਣ ਵਾਲੇ ਹੁੰਦੇ, ਕਈ ਜ਼ਿਆਦਾ ਬੋਲਣ ਵਾਲੇ ਹੁੰਦੇ, ਕਈ ਸ਼ਰਾਰਤੀ ਹੁੰਦੇ ਆ, ਕਈ ਪੜ੍ਹਨ ਵਾਲੇ ਹੁੰਦੇ ਆ। ਇੱਕ ਕੱਚੀ ਤਾਰ ਵਾਂਗੂ ਹੁੰਦਾ ਵੀ ਤੁਸੀਂ ਕੰਡਿਆਂ ਵਾਲੀ ਤਾਰ 'ਤੇ ਜਾਣਦੇ ਆ, ਅਤੇ ਪਿੱਛੋਂ ਕੋਈ ਕਰੰਟ ਛੱਡਣ ਵਾਲੀ ਗੱਲ ਹੁੰਦੀ ਹੈ ਜਦੋਂ ਤੁਸੀਂ ਫਿਸਲਦੇ ਆ। ਮੈਂ ਵੀ ਹੋਸਟਲ ਪੜ੍ਹਿਆ, ਸ਼ਾਇਦ ਤੁਸੀਂ ਵੀ ਕਿਤੇ ਨਾ ਕਿਤੇ ਹੋਸਟਲ ਦੀਆਂ ਗੱਲਾਂ ਸੁਣੀਆਂ ਹੋਣਗੀਆਂ। ਹੋਸਟਲ 'ਚ ਨਿਆਣਾ ਰਹਿ ਕੇ ਨਾ ਜਿੰਨੀਆਂ ਖੁੱਲ੍ਹਾਂ ਮਿਲਦੀਆਂ ਕਿਤੇ ਹੋਰ ਨਹੀਂ ਮਿਲਦੀਆਂ। ਹੋਸਟਲ ਇੱਕ ਇੱਦਾਂ ਮਤਲਬ ਜੇ ਤੁਸੀਂ ਯੂਨੀਵਰਸਿਟੀਆਂ ਤੋਂ ਪੜ੍ਹਦੇ ਆ, ਹੋਸਟਲ ਚਲੋ ਫਿਰ ਵੀ ਠੀਕ ਰਹਿੰਦਾ। ਜੇ ਤੁਸੀਂ ਹੋਸਟਲ ਤੋਂ ਬਾਹਰ PG ਰਹਿੰਦੇ, ਮੈਂ PG ਰਿਹਾ, ਮੈਂ ਯੂਨੀਵਰਸਿਟੀ ਪੜ੍ਹਿਆ, ਉਹ ਜ਼ਿੰਦਗੀ ਕੁੜੀਆਂ ਦੀ ਵੀ ਉਨੀ ਖਤਰਨਾਕ ਹੈ ਅਤੇ ਮੁੰਡਿਆਂ ਦੀ ਵੀ ਉਨੀ ਖਤਰਨਾਕ ਹੈ। ਕਿਉਂਕਿ ਖੁੱਲ੍ਹ ਜਿਹੜੀ ਆ ਨਾ, ਉਹ ਟਾਈਮ ਇੱਦਾਂ ਦਾ ਕਿ ਅਸੀਂ ਕੱਚੀ ਮਿੱਟੀ ਵਰਗੇ ਹੁੰਦੇ ਆ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਕਦੋਂ ਫਿਸਲਣ ਦੇ ਵਿੱਚ ਫਿਸ ਗਏ ਆ ਜੀ। ਕੁੜੀਆਂ ਵੀ ਬਾਹਰ ਰਹਿੰਦੀਆਂ PG ਦੇ ਵਿੱਚ ਅਤੇ ਮੁੰਡੇ ਵੀ ਬਾਹਰ ਰਹਿੰਦੇ ਆ। ਔਰ ਇੱਕ ਤੁਹਾਡੇ ਹਾਰਮੋਨ ਚੇਂਜ ਜਦੋਂ ਸ਼ੁਰੂ ਹੋਣੇ ਹੁੰਦੇ ਆ, ਉਹ ਪੀਕ 'ਤੇ ਆਏ ਹੁੰਦੇ ਆ, ਅਤੇ ਬੜਾ ਕੁਛ ਗਲਤ ਹੁੰਦਾ। ਸੋ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਮਾਪਿਆਂ ਨੂੰ ਵੀ ਉਹ ਯਕੀਨ ਜ਼ਰੂਰ ਬਣਾ ਕੇ ਰੱਖਣ, ਨਿਆਣਿਆਂ ਨੂੰ ਦੱਸਣ ਕਿ ਬਈ ਇਹ ਮੁੱਠੀ ਬੰਦ ਆ ਅਤੇ ਲੱਖ ਦੀ ਅਤੇ ਖੁੱਲ੍ਹ ਗਈ ਅਤੇ ਕੱਖ ਦੀ ਵਾਲਾ ਜਿਹੜਾ ਸਿਸਟਮ ਆ ਨਾ, ਉਹ ਆਪਣੇ ਨਿਆਣਿਆਂ ਨੂੰ ਜ਼ਰੂਰ ਸਿਖਾ ਕੇ ਰੱਖੋ। ਅੱਜ ਕੱਲ੍ਹ ਨਾ ਅਸੀਂ ਮੋਰਲ ਵੈਲਿਊ ਨਹੀਂ ਸਿਖਾਉਂਦੇ ਆਪਣੇ ਨਿਆਣਿਆਂ ਨੂੰ। ਅਸੀਂ ਉਹਨੂੰ ਕਹਿੰਦੇ ਅੱਛਾ ਤੂੰ ਫਲਾਣੇ ਸਾਲ 'ਚ ਫਲਾਣੀ ਯੂਨੀਵਰਸਿਟੀ ਤੋਂ ਪੜ੍ਹ ਲੈਣਾ, ਫਲਾਣੇ ਸਾਲ ਤੂੰ ਆਹ ਕਰ ਲੈਣਾ, ਅਗਲੇ ਸਾਲ ਤੇਰੀ ਆਇਲਸ ਕਰਾ ਲੈਣੀ, ਚੌਥੇ ਸਾਲ ਤੂੰ ਬਾਹਰ ਚਲੇ ਜਾਣਾ। ਹੁਣ ਅਸੀਂ ਇੱਦਾਂ ਮਟੀਰੀਅਲਿਸਟਿਕ ਹੋ ਗਏ, ਅਸੀਂ ਮਟੀਰੀਅਲਿਸਟਿਕ ਬਹੁਤ ਹੋ ਗਏ ਹਾਂ। ਇਸ ਕਰਕੇ ਅਸੀਂ ਜਵਾਕਾਂ ਨੂੰ ਨਾ ਸ਼ਾਇਦ ਪੜ੍ਹਾਉਣਾ ਬਾਹਰ ਬਹੁਤ ਚੰਗੀ ਗੱਲ ਹੈ, ਚਾਹੇ ਉਹ ਕੁੜੀ ਆ ਚਾਹੇ ਮੁੰਡਾ, ਪੜ੍ਹਾਓ। ਪਰ ਕਹਿੰਦੇ ਹੁੰਦੇ ਨਾ ਕਿ ਅਸੀਂ ਜਿਹੜਾ ਇੱਕ ਵਿਸ਼ਵਾਸ ਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਨੂੰ ਆਪਣੇ ਐਤਬਾਰ ਦੇ ਵਿੱਚ ਜਿਹੜਾ ਲੈ ਕੇ ਆਉਣਾ ਨਾ, ਐਤਬਾਰ ਜਿਹੜਾ ਉਹਦੇ 'ਤੇ ਲੈ ਕੇ ਆਉਣਾ ਆ, ਉਹ ਬਹੁਤ ਜ਼ਰੂਰੀ ਆ। ਇਹ ਚੀਜ਼ਾਂ ਭੁੱਲ ਗਏ ਆ। ਹੁਣ ਆਪਾਂ ਗੱਲ ਕਰਦੇ ਹਾਂ ਆ ਜਿਹੜਾ ਤਾਜ਼ਾ ਮਸਲਾ ਹੋਇਆ ਪੰਜਾਬ ਲਵਲੀ ਯੂਨੀਵਰਸਿਟੀ ਦਾ, ਹੈ ਨਾ, ਜਲੰਧਰ ਦੀ ਯੂਨੀਵਰਸਿਟੀ, ਆਪਾਂ LPU ਪ੍ਰੋਫੈਸ਼ਨਲ ਯੂਨੀਵਰਸਿਟੀ, ਅਸੀਂ ਬਹੁਤ ਲਾਗੇ ਬੈਠੇ ਹਾਂ ਉਹਦੇ। ਬਿਲਕੁਲ। ਹੁਣ ਉਹ ਮਸਾਂ ਜੁਮਾ ਕਹਿੰਦੇ ਜੀ 20 ਕੁ ਦਿਨ ਹੋਏ ਸੀਗੇ ਉਹਨੂੰ ਹਲੇ ਯੂਨੀਵਰਸਿਟੀ ਦੇ ਵਿੱਚ ਆਏ ਨੂੰ। ਸ਼ਾਇਦ ਉਹਨੇ ਕਿਸੇ IT ਜਿਹੜਾ ਕੇਰਲਾ ਦੀ IIT ਦੇ ਕੋਈ ਪ੍ਰੋਫੈਸਰ ਹੈ, ਪ੍ਰਸ਼ਾਦ ਕਰਕੇ ਕੁਛ, ਸ਼ਰਦ ਪ੍ਰਸ਼ਾਦ, ਉਹਨਾਂ ਦੇ ਉੱਤੇ ਕੁਛ ਇਲਜ਼ਾਮ ਲਗਾਏ ਨੇ ਕਿ ਮੈਂ ਉਹਨਾਂ ਤੋਂ ਤੰਗ ਆ ਗਿਆ, ਜਿਹੜਾ ਸੁਸਾਈਡ ਨੋਟ ਕਹਿੰਦਾ ਆ। ਇਹਨਾਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਆ ਨਾ, ਇਹ ਇੱਦਾਂ ਯੂਨੀਵਰਸਿਟੀਆਂ, ਇਹ ਕਾਰਪੋਰੇਟ ਯੂਨੀਵਰਸਿਟੀਜ਼ ਆ, ਜਿੱਥੇ ਨਿਆਣੇ ਨੂੰ ਪੜ੍ਹਾਉਣਾ ਦੇ ਨਾਲ ਸਾਨੂੰ ਚਕਾਚੌਂਧ, ਕਿਉਂਕਿ ਪੈਸਾ ਬਹੁਤ, ਹਰ ਚੀਜ਼ 'ਤੇ ਬਹੁਤ ਪੈਸਾ ਲਾਉਂਦੇ ਆ, ਆਪਣੀ ਬਿਲਡਿੰਗਸ 'ਤੇ ਬਹੁਤ ਪੈਸਾ ਲਾਉਂਦੇ ਆ, ਇਨਫਰਾਸਟਰਕਚਰ 'ਤੇ ਬਹੁਤ ਪੈਸਾ ਲਾਉਂਦੇ ਆ, ਆਪਣੇ ਆਪ ਨੂੰ ਐਡਵਰਟਾਈਜ਼ ਕਰਨ 'ਤੇ ਬਹੁਤ ਪੈਸਾ ਲਾਉਂਦੇ ਆ। ਫਿਰ ਇਹ ਵੀ ਗੱਲ ਸਮਝਣੀ ਚਾਹੀਦੀ ਹੈ ਕਿ ਅੰਦਰ ਖਾਤੇ ਜੋ ਗਲਤ ਹੁੰਦਾ ਨਾ, ਉਹਨੂੰ ਲੁਕਾਉਣ ਦੇ ਲਈ ਵੀ ਬਹੁਤ ਪੈਸਾ ਲਾਉਂਦੇ ਆ। CU ਦੀ ਗੱਲ ਸੰਜੀਵ ਜੀ ਜਿਹੜੀ ਆਪਾਂ ਦੇਖੀ ਆ, ਸੰਜੀਵ ਤੁਹਾਨੂੰ ਕੀ ਲੱਗਦਾ ਕਿ ਐਡਮਿਨਿਸਟ੍ਰੇਟਿਵ ਕਿੱਥੇ ਖੜਾ ਹੈ? ਮੈਂ ਪਹਿਲਾਂ ਆਪਾਂ ਛੋਟੀ ਜਿਹੀ ਗੱਲ ਕਰਦੇ ਹਾਂ। ਕਿਸ ਚੀਜ਼ ਦੀ ਗੱਲ? CU ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੋਇਆ ਮਾਮਲਾ, ਤੁਸੀਂ ਉੱਥੇ ਉਹਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਉਹਦੀ ਕਾਰਵਾਈ ਇਹ ਹੈ ਕਿ ਜੋ ਕੁੜੀ ਨੇ ਕੀਤਾ ਉਹ ਤਾਂ ਸੋ ਕੀਤਾ, ਔਰ ਉਸ ਤੋਂ ਇਲਾਵਾ ਜੋ ਯੂਨੀਵਰਸਿਟੀ ਉਹਦੀ ਰੈਂਕਿੰਗ ਘਟੀ, ਜ਼ਾਹਿਰ ਤੌਰ 'ਤੇ ਘਟਣੀ ਹੈ, ਅੱਗੇ ਐਡਮਿਸ਼ਨਸ ਦੇ ਵਿੱਚ ਪ੍ਰੋਬਲਮਸ ਆਏਗੀ। ਹੁਣ ਉਹਦੇ ਵਿੱਚ ਡਿਵੈਲਪਮੈਂਟ ਇਹ ਵੀ ਹੈ ਕਿ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਨੇ, ਉਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਪਹਿਲਾਂ ਵੀ ਇਹ ਗੱਲ ਹੋਈ ਕਿ ਕੁਝ ਇੱਦਾਂ ਦਾ ਹੋਇਆ ਹੀ ਨਹੀਂ, ਉਹਨੇ ਤਾਂ ਆਪਣੀ ਵੀਡੀਓ ਬਣਾ ਕੇ ਭੇਜੀ ਸੀ, ਪਰ ਬਾਅਦ ਜਦੋਂ ਗੱਲਾਂ ਖੁੱਲ੍ਹੀਆਂ, ਪਰਤਾਂ ਖੁੱਲ੍ਹੀਆਂ, ਤਾਂ ਕੇਸ ਸਾਹਮਣੇ ਆਏ, ਸਟੂਡੈਂਟਸ ਨੇ ਹੰਗਾਮਾ ਕੀਤਾ, ਲਾਠੀ ਚਾਰਜ ਵੀ ਹੋਇਆ, ਪੁਲਿਸ ਵੀ ਆਈ, ਸਭ ਕੁਝ ਤਮਾਸ਼ਾ ਹੋਇਆ ਉੱਥੇ। ਗਲਤੀਆਂ ਤੋਂ ਸਟੂਡੈਂਟਸ ਨੇ ਕੀਤੀਆਂ ਨੇ, ਔਰ ਬੜੀ ਗਲਤ ਗਲਤੀ ਹੈ, ਮਾफ़ ਕਰਨ ਦੇ ਲਾਇਕ ਨਹੀਂ ਹੈ ਗਲਤੀ, ਸਿੱਧੀ ਗੱਲ ਹੈ। ਔਰ ਇਹ ਕਾਨੂੰਨ ਦੇ ਵਿੱਚ FIR ਵੀ ਦਰਜ ਹੋਈ ਹੈ। ਚਲੋ ਜੋ ਹੋਇਆ ਸੋ ਹੋਇਆ। ਐਡਮਿਨਿਸਟ੍ਰੇਸ਼ਨ ਦੀ ਗੱਲ ਕਰਨ ਲੱਗਾ, ਐਡਮਿਨਿਸਟ੍ਰੇਸ਼ਨ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹਦੇ 'ਚ ਯੂਨੀਵਰਸਿਟੀ ਦੀ ਬਦਨਾਮੀ ਹੈ। ਨੰਬਰ 2, ਹੁਣ ਜਿਹੜੇ ਉੱਥੇ ਵਾਰਡਨਰਸ ਨੇ,
ਹੁਣ ਵਾਰਡਨਸ ਬੈਠੇ ਨੇ, ਕੋਈ ਕਹਿ ਜਾਂਦਾ ਕਿ 5 ਮੰਜ਼ਲਾਂ ਤੱਕ ਹੈਗੇ ਨੇ ਉਹ ਹੋਸਟਲ, 5 ਫਲੋਰਸ ਨੇ। ਹੁਣ ਉਹ ਕਿੱਥੇ ਕਿੱਥੇ ਨਜ਼ਰ ਰੱਖੇਗਾ? ਤੁਹਾਡੀ ਜਿਹੜੀ ਇਹ ਗੱਲ ਹੈ ਕਿ ਮਾਂ-ਬਾਪ ਨੂੰ ਸੰਸਕਾਰ ਦੇਣੇ ਚਾਹੀਦੇ ਨੇ, ਪਹਿਲੀ ਗੱਲ ਹੈ। ਦੂਜੀ ਗੱਲ, ਹੁਣ ਇੱਕ ਵਾਰਡਨ ਹੈ, ਹੁਣ ਇੱਥੇ ਜਾ ਕੇ ਪਰਮਿਸ਼ਨ ਮਿਲਦੀ ਪਈ, CCTV ਕੈਮਰੇ ਹੋਣੇ ਚਾਹੀਦੇ ਨੇ, ਸਭ ਕੁਝ ਹੋਣਾ ਚਾਹੀਦਾ। ਪਹਿਲਾਂ ਸੋਝੀ ਨਹੀਂ ਆਈ ਸੀ। ਜਿਵੇਂ ਹੁਣ ਲੁਧਿਆਣਾ ਦੀ ਕੋਰਟ ਦੇ ਵਿੱਚ ਬੰਬ ਫਟਿਆ, 9 ਮਹੀਨੇ ਬਾਅਦ ਤੁਸੀਂ ਪਰਮਿਸ਼ਨ ਦਿੰਦੇ ਪਏ ਹੋ, ਹੁਣ CCTV ਕੈਮਰੇ ਲੱਗਣ ਲੱਗੇ ਨੇ, ਤੁਹਾਨੂੰ ਪਹਿਲਾਂ ਨਹੀਂ ਪਤਾ। 9 ਮਹੀਨੇ ਤੁਹਾਨੂੰ ਲੱਗ ਜਾਂਦੇ ਨੇ CCTV ਕੈਮਰੇ ਦੀ ਪਰਮਿਸ਼ਨ ਵਾਸਤੇ। ਅੱਛਾ, ਨਹੀਂ ਸੰਦੀਪ ਜੀ, ਮੈਂ ਚਲੋ ਇਹ ਤਾਂ ਤੁਸੀਂ ਯੂਨੀਵਰਸਿਟੀ ਐਡਮਿਨਿਸਟ੍ਰੇਟਿਵ ਦੀ ਗੱਲ ਕਰਦੇ ਆ, ਜਿਹੜੀ ਸਾਡੇ ਅਸੀਂ ਲੋਕਲ ਐਡਮਿਨਿਸਟ੍ਰੇਟਿਵ ਦੀ ਗੱਲ ਕਰ ਰਹੇ ਆ, ਚਾਹੇ ਪੁਲਿਸ ਐਡਮਿਨਿਸਟ੍ਰੇਟਿਵ ਦੀ ਗੱਲ ਕਰ ਲਈਏ, ਜਿਹੜੇ ਹੈ ਨਾ, ਉਹਨਾਂ ਦੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹਨਾਂ ਦੀ ਕਾਰਵਾਈ ਇਹੀ ਹੁੰਦੀ ਕਿ ਗਲੇ ਪਿਆ ਇੱਕ ਨਵਾਂ ਕੇਸ, ਇਹਨੂੰ ਸੋਲਵ ਕਿੱਦਾਂ ਕਰਨਾ। ਜ਼ਿਆਦਾਤਰ ਕੇਸ 'ਚ ਅਸੀਂ ਦੇਖਦੇ ਹਾਂ ਕਿ FIR ਲੌਂਚ ਨਹੀਂ ਕਰਦੀ ਪੁਲਿਸ, ਕਿਉਂਕਿ ਜਦੋਂ ਤੱਕ ਪ੍ਰੈਸ਼ਰ ਨਾ ਪਵੇ ਉਹਨਾਂ ਨੂੰ ਇੱਕ ਮਾਮਲਾ ਹੋਰ ਸੋਲਵ ਕਰਨਾ। ਅੱਛਾ, ਮੈਨੂੰ ਇਹ ਨਹੀਂ ਸਮਝ ਆਉਂਦਾ, ਪੰਜਾਬ ਦੇ ਵਿੱਚ ਇਹ ਨਾ ਬੜਾ ਮਾਮਲਾ ਇੱਕ ਬੜਾ ਖਰਾਬ ਆ ਕਿ FIR ਨਹੀਂ ਕਰਦੇ ਲੌਂਚ। ਤੁਸੀਂ ਕਿੰਨਾ ਕੁਛ ਕਹਿ ਲਓ ਵੀ ਬਈ FIR ਕਰ ਦੋ, ਉਹਨਾਂ ਦਾ ਕੋਸ਼ਿਸ਼ ਹੁੰਦੀ ਹੈ ਵੀ FIR ਨਹੀਂ ਕਰਨੀ। ਬਿਲਕੁਲ, ਕਿਉਂਕਿ ਉਹਨਾਂ ਨੂੰ ਜਵਾਬ ਦੇਣੀ ਪੈਂਦੀ ਹੈ। ਬਿਲਕੁਲ ਸਹੀ ਗੱਲ। ਮਤਲਬ ਇਹ ਕੀ ਸਿਸਟਮ ਆ, ਮੈਨੂੰ ਇਹ ਨਹੀਂ ਸਮਝ ਕਈ ਵਾਰ ਲੱਗਦਾ ਕਿ ਇਹਨਾਂ ਦੀ ਕਾਬਲੀਅਤ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਹੁਣ DGP ਨਵੇਂ ਆਏ ਨੇ ਗੌਰਵ ਯਾਦਵ, ਉਹ ਵੀ ਇਨਵੋਲਵ ਨੇ ਇਹਦੇ ਵਿੱਚ, ਕਿਉਂਕਿ ਉਹ ਵੀ ਬਿਆਨ ਦੇ ਰਹੇ ਨੇ ਕਿ ਜੋ ਇਹ ਮਾਮਲਾ ਹੈ ਅਸੀਂ ਸਖਤੀ ਨਾਲ ਪੇਸ਼। ਪਰ ਦੇਖੋ ਨਾ ਤੁਸੀਂ ਵੀ ਜਿਹੜੀਆਂ ਮੈਂ ਪਹਿਲਾਂ ਵੀ ਕਿਹਾ ਬੜੇ ਕਾਰਪੋਰੇਟ ਵਾਲੇ ਨਾ, ਇਹ ਪੈਸਾ ਹਰ ਥਾਂ ਹੀ ਬਹੁਤ ਪਾਉਂਦੇ ਆ। ਬਿਲਕੁਲ ਪੈਸਾ ਹੈ, ਕਿਉਂਕਿ ਜਦੋਂ ਉਹ ਆਈ ਹੈ ਰਾਤ ਨੂੰ, ਐਤਵਾਰ ਸ਼ਨੀ ਐਤਵਾਰ ਖਬਰ ਆਉਂਦੀ ਆ, ਪਤਾ ਹੀ ਨਹੀਂ ਲੱਗਦਾ ਕਿਹੜੀ ਯੂਨੀਵਰਸਿਟੀ 'ਚ ਕੀ ਹੋਇਆ। ਚੰਡੀਗੜ੍ਹ ਯੂਨੀਵਰਸਿਟੀ, ਮੈਂ ਕਹਿੰਦਾ ਫਿਰ ਜੇ ਉੱਥੇ ਦੇ ਬੱਚੇ ਨਾ ਹਮਲਾ ਮਾਰਦੇ ਤੇ ਮਾਮਲਾ ਦੱਬਿਆ ਜਾਣਾ ਸੀਗਾ। ਬਿਲਕੁਲ ਦੱਬਿਆ ਜਾਣਾ ਸੀ। ਇਹ ਤੇ ਸਟੂਡੈਂਟਸ ਨੇ ਇਨੀਸ਼ੀਏਟਿਵ ਲਿੱਤਾ ਹੈ। ਸਟੂਡੈਂਟ ਇਨੀਸ਼ੀਏਟਿਵ ਆ ਕਿ ਸਾਡੇ ਕੋਲੇ ਹੈ। ਜਿਸ ਤਰ੍ਹਾਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ ਜਦੋਂ ਤੱਕ ਨਾਗਰਿਕ ਦੇਸ਼ ਦੇ ਇਨੀਸ਼ੀਏਟਿਵ ਨਾ ਲੈਣ, ਉਦੋਂ ਤੱਕ ਇਹ ਪੋਲੀਟੀਸ਼ੀਅਨ ਮਾਮਲੇ ਨੂੰ ਦਬਾਣਗੇ। ਔਰ ਫਿਰ ਇੱਕ ਗੱਲ ਮੈਨੂੰ ਬਹੁਤ ਸੰਜੀਵ ਜੀ ਇਹਦੇ ਵਿੱਚ ਖੜਕੀ ਆ, ਮੈਨੂੰ ਲੱਗਦਾ ਸੀ ਵੀ ਅਸੀਂ ਨਾ ਇਨਹਿਊਮਨ ਹੋ ਗਏ ਆ। ਬਿਲਕੁਲ ਹੈਗੇ ਆ। ਅੱਜ ਕੱਲ੍ਹ ਨਾ ਮੈਂ ਵੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਪਣੇ ਨਾ 4 ਫਾਲੋਅਰ ਵਧਾਉਣ ਦਾ ਕਰਕੇ ਜਿਹੜੀ ਮਰਜ਼ੀ ਇਨਫੋਰਮੇਸ਼ਨ ਸ਼ੇਅਰ ਕਰੀ ਜਾਂਦੇ ਹਾਂ। ਇੰਨਾ ਕੁਛ ਹੋਇਆ, ਮਤਲਬ ਤੁਸੀਂ ਮਤਲਬ ਹੜ ਆ ਗਿਆ ਉਹਨਾਂ ਵੀਡੀਓਜ਼ ਦਾ, ਉਹਨਾਂ ਪੋਜ਼ਿਸ ਦਾ, ਉਹਨਾਂ ਮਤਲਬ ਕੀ ਕੁਛ ਆ ਰਿਹਾ ਸੀਗਾ। ਪਤਾ ਨਹੀਂ ਸ਼ਾਇਦ ਉਹ ਫੌਜ ਇਨਫੋਰਮੇਸ਼ਨ ਹੀ ਹੋਵੇ, ਪਰ ਇੰਨਾ ਕੁਛ ਆ ਰਿਹਾ। ਪਰ ਅਸੀਂ ਇਹ ਸੋਚਦੇ ਨਹੀਂ ਹੈਗੇ ਕਿ ਕੱਲ੍ਹ ਨੂੰ ਸਾਡਾ ਬੱਚਾ ਵੀ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹ ਸਕਦਾ ਤੇ ਉਹਦੇ ਨਾਲ ਵੀ ਇਹ ਕੁਛ ਹੋ ਸਕਦਾ। ਤੁਸੀਂ ਇਨਹਿਊਮਨ ਹੋਣ ਦੀ ਗੱਲ ਕੀਤੀ ਹੈ। ਸਾਡੇ ਸਾਹਮਣੇ ਕੋਈ ਗਲਤ ਕੰਮ ਹੋ ਰਿਹਾ ਹੈ, ਅਸੀਂ ਨਹੀਂ ਬੋਲਾਂਗੇ, ਠੀਕ ਹੈ ਨਾ। ਇਹ ਨਹੀਂ ਕਿ ਤੁਸੀਂ ਆਪਣੀ ਜਾਨ ਜੋਖਿਮ 'ਚ ਪਾ ਕੇ ਜਾ ਕੇ ਉੱਥੇ ਪੰਗਾ ਲੈ ਕੇ ਬਹਿ ਜਾਓ, ਆਪਣੀ ਜਾਨ ਗਵਾ ਬੈਠੋ। ਇਹ ਬਿਲਕੁਲ ਨਹੀਂ। ਆਪਣੀ ਰਿਸਕ ਨਹੀਂ ਲੈਣਾ ਲਾਈਫ ਦੇ ਉੱਤੇ, ਇਹਤਿਆਤ ਰੱਖਦੇ ਹੋਏ। ਸਾਨੂੰ ਪਤਾ ਹੁੰਦਾ ਕਿ ਇੱਕ ਆਵਾਜ਼ ਦੇਣ ਨਾਲ ਇਹ ਕੰਮ ਹੋਣਾ ਬੰਦ ਹੋ ਜਾਏਗਾ, ਅਸੀਂ ਫਿਰ ਵੀ ਨਹੀਂ ਦਿੰਦੇ। ਕੀ ਲੈਣਾ ਦੇਣਾ, ਅਸੀਂ ਕਿਉਂ ਪੰਗੇ 'ਚ ਪਈਏ, ਸਾਨੂੰ ਕੀ ਲੋੜ ਹੈ। ਔਰ ਉਸ ਤੋਂ ਅੱਗੇ ਕੀ, ਅਗਲਾ ਤੜਪਦਾ ਪਿਆ, ਮੁਸ਼ਕਿਲ ਬਣੀ ਹੋਈ ਹੈ, ਅਸੀਂ ਮੋਬਾਈਲ ਕੱਢ ਕੇ ਵੀਡੀਓ ਬਣਾਉਂਦੇ ਹਾਂ। ਇਹ ਵੀ ਸਾਡੀ ਅਕਲ ਹੈ, ਅਕਲ ਦਾ ਦਿਵਾਲਾ ਨਿਕਲਿਆ ਹੋਇਆ। ਉਹੀ ਗੱਲ ਨਾ ਕਿ ਸਾਡੀਆਂ ਅਸੀਂ ਪਤਾ ਨਹੀਂ ਕਿੱਧਰ ਨੂੰ ਜਾਣ ਡਏ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੀ ਕਰੀ ਜਾ ਰਹੇ ਹਾਂ। ਹੁਣ ਇਹਨਾਂ ਚੀਜ਼ਾਂ ਨੂੰ ਵੀ ਬੜੇ ਧਿਆਨ ਦੇ ਨਾਲ ਵੇਖਣ ਦੀ ਗੱਲ ਹੈ। ਚਲੋ ਇਹ ਮਾਮਲਾ ਤੇ ਹੁਣ ਦੇਖੋ ਉੱਥੇ ਆਪਾਂ ਕਹਿੰਦੇ ਆ ਵੀ ਨਿਕਲ ਕੇ ਆ ਗਿਆ। ਹੁਣ ਜਿਹੜਾ LPU ਦਾ ਹੈਗਾ, ਜਿੱਥੇ ਉਹਨੇ ਸੁਸਾਈਡ ਕੀਤਾ ਹੈ, ਇਮੋਸ਼ਨਲ, ਇਹ ਜਿਹੜਾ ਇਮੋਸ਼ਨਲ ਪ੍ਰੋਬਲਮਸ ਨੇ ਨਾ ਅੱਜ ਕੱਲ੍ਹ, ਅਫੇਅਰਸ ਹੋ ਗਏ ਜਾਂ ਕਿਸੇ ਗੱਲ ਤੋਂ ਇੰਨੀ ਵੀ ਸਹਿਨ ਸ਼ਕਤੀ ਨਹੀਂ ਹੈ ਕਿ ਤੁਸੀਂ ਜ਼ਰਾ ਦੀ ਗੱਲ ਬਰਦਾਸ਼ਤ ਕਰ ਲਵੋ। ਘਰ ਦੇ ਵਿੱਚ ਮਾਂ ਨੇ ਸਿਰਫ ਇਹ ਕਹਿ ਦਿੱਤਾ ਰੋਟੀ ਖਾ ਲੈ, ਮੋਬਾਈਲ ਬਾਅਦ 'ਚ ਛੇੜ ਲਈ, ਠੰਡੀ ਹੋ ਜਾਣੀ, ਮਾਰ ਕੇ ਮੋਬਾਈਲ ਥਾ 2 ਟੋਟੇ ਕਰ। ਅੱਛਾ, ਮੈਨੂੰ ਇਹ ਨਹੀਂ ਸਮਝ ਆਉਂਦਾ ਮੋਬਾਈਲ ਕਿੱਦਾਂ ਤੋੜ ਲੈਂਦੇ, ਕਿਉਂਕਿ ਸਾਨੂੰ ਤਾਂ ਮਿਲਦਾ ਨਹੀਂ ਬਾਅਦ 'ਚ ਤੋੜ ਕੇ। 15-20 ਹਜ਼ਾਰ ਦਾ ਮੋਬਾਈਲ ਹੈ, ਮਾਰਿਆ ਕੰਧ ਦੇ ਵਿੱਚ ਜਿਵੇਂ ਗੇਂਦ ਮਾਰੀ ਦੀ ਹੁੰਦੀ। ਉਹ ਮਾਂ ਨੇ ਤੈਨੂੰ ਇਹੀ ਕਿਹਾ ਰੋਟੀ ਠੰਡੀ ਹੋ ਜਾਊਗੀ, ਹੋਰ ਤਾਂ ਕੁਝ ਨਹੀਂ ਕਿਹਾ। ਉਹ ਬਾਅਦ 'ਚ ਚਿੰਬੜ ਜਾਈ ਉਹਨੂੰ, ਜਿਹੜਾ ਮੋਬਾਈਲ ਨੂੰ ਹੁਣ ਚਿੰਬੜਿਆ। ਇੱਕ ਮੈਨੂੰ ਵੀ ਲੱਗਦਾ ਕਿ ਮੋਬਾਈਲ ਜਿਹੜਾ ਨਾ ਉਹ ਸਾਨੂੰ ਆਦੀ ਵੀ ਬਣਾ ਦਿੰਦਾ ਸੀ। ਇਹ ਜ਼ਿਆਦਾ ਖਤਰਨਾਕ ਚੀਜ਼ ਹੈ। ਇਹਨੇ ਨਾ ਸਾਨੂੰ ਫਰਸਟ੍ਰੇਸ਼ਨ ਨਾਲ ਲੈ ਗਿਆ। ਜੇ ਤੋੜ ਲੱਗਣੀ ਸ਼ੁਰੂ ਆਉਂਦੀ ਨਾ, ਮੈਂ ਆਪ ਵੀ ਦੇਖਿਆ ਵੀ ਤੁਸੀਂ ਟਾਈਮ ਪਾਸ ਕਰਦੇ ਹੋ ਨਾ, ਤੁਸੀਂ ਇੱਕ ਰੀਲ ਦੇਖ ਲਓ, ਦੂਸਰੀ ਰੀਲ ਦੇਖ ਲਓ, ਤੀਸਰੀ, ਪਤਾ ਹੀ ਨਹੀਂ ਲੱਗਦਾ ਅੱਧਾ ਘੰਟਾ ਕਿੱਦਾਂ ਨਿਕਲ ਗਿਆ। ਤੁਸੀਂ ਦੇਖੋ, ਖਾਣਾ ਆਇਆ, ਮੰਨ ਲਓ ਤੁਸੀਂ ਕਿਸੇ ਰੈਸਟੋਰੈਂਟ ਗਏ ਹੋ, ਕਾਫੀ ਮੰਗਵਾਈ, ਖਾਣਾ ਮੰਗਵਾਇਆ, ਸਭ ਤੋਂ ਪਹਿਲਾਂ ਮੋਬਾਈਲ ਕੱਢ ਕੇ ਪਿਕ ਸੋਸ਼ਲ ਮੀਡੀਆ ਦੇ ਉੱਤੇ, ਆਈ ਐਮ ਇੰਜੋਇੰਗ ਕਾਫੀ। ਲੋਕੀ ਕੀ ਕਰਨ, ਆਈ ਐਮ ਇੰਜੋਇੰਗ ਪੀਜ਼ਾ, ਮੈਂ ਪਿੱਛੇ ਨਾ ਰਹਿ ਕੀ ਕਰਾਂ। ਵੈਸੇ ਮੈਂ ਵੀ ਇਦਾਂ ਹੀ ਕਰਦਾ, ਮੈਂ ਕਾਹਤੋਂ ਤੁਹਾਨੂੰ, ਪਰ ਇੱਕ ਅਸੀਂ ਜ਼ੋਨ 'ਚ ਆ ਗਏ ਹਾਂ। ਹੁਣ ਤੁਸੀਂ ਆਪਣੀ ਫੈਮਿਲੀ ਨਾਲ ਗਏ ਹੋ ਕਿਤੇ ਘੁੰਮਣ, ਕਿਸੇ ਟੂਰਿਸਟ ਪਲੇਸ ਤੇ ਇੰਜੋਏ ਕਰਨ ਗਏ ਹੋ, ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ, ਆਈ ਐਮ ਸਟੈਂਡਿੰਗ ਹੇਅਰ, ਇਹ ਮੇਰੇ ਪਿੱਛੇ ਝੀਲ ਹੈ। ਉਹ ਬਾਬਾ ਤੂੰ ਇੰਜੋਏ ਕਰਨ ਆਇਆ ਕਿ ਫੋਟੋਆਂ ਸ਼ੇਅਰ ਕਰਨਾ? ਕਿਸੇ ਨੂੰ ਕੀ ਦੱਸਣਾ ਆ, ਲੋਕੀ ਕੀ ਕਰਨ। ਤੁਸੀਂ ਆਪਣਾ ਪੈਸਾ ਲਗਾਇਆ, ਟਾਈਮ ਲਗਾ ਰਹੇ ਹੋ, ਉਹ ਤੁਸੀਂ ਇੰਜੋਏ ਕਰੋ। ਨਾਲ ਕੀ ਹੁੰਦਾ, ਘਰਦਿਆਂ ਨੂੰ ਵੀ, ਜਿਹੜੇ ਘਰ ਬੈਠੇ ਨੇ, ਉਹਨਾਂ ਨੂੰ ਪਤਾ ਕਿ ਇਹ ਬੰਦਾ ਕਿਤੇ ਗਿਆ ਹੋਇਆ, ਘਰ ਬਿਲਕੁਲ ਖਾਲੀ ਹੈ, ਲੌਕ ਕੀਤੇ ਹੋਏ ਨੇ। ਉਹ ਚੋਰਾਂ ਨੂੰ ਵੀ ਪਤਾ ਲੱਗ ਜਾਂਦਾ, ਉਹ ਚੋਰ ਵੀ ਆ ਕੇ ਚੋਰੀ ਕਰਕੇ ਚਲੇ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਘਰ ਦੇ ਘਰ ਨਹੀਂ ਹੈ। ਇਹ ਤੇ ਗੱਲ ਸੀਗੀ। ਇਹ ਮਾਮਲੇ ਨੇ ਵਾਕਈ ਇਮੋਸ਼ਨਲ ਮਾਮਲੇ, ਸੁਸਾਈਡ, ਇਹ ਬਿਲਕੁਲ ਕਮਜ਼ੋਰ ਪਰਸਨੈਲਿਟੀ ਦੀ ਨਿਸ਼ਾਨੀ ਹੈ। ਔਰ ਛੋਟੀ ਉਮਰ, ਕੱਚੀ ਉਮਰ, ਔਰ ਸੁਸਾਈਡ ਕੀਤਾ, ਉਹਦੇ ਪਿੱਛੇ ਕੋਈ ਵੀ ਰੀਜ਼ਨ ਹੋ ਸਕਦਾ ਹੈ। ਨਾਲ ਆਪਾਂ ਇਹ ਵੀ ਦੇਖਦੇ ਹਾਂ
ਕਿ ਐਡਮਿਨਿਸਟ੍ਰੇਸ਼ਨ ਜਿਹੜਾ ਸਟਾਫ ਹੈ ਜਾਂ ਟੀਚਰ ਸਟਾਫ ਹੈ ਉਹਨਾਂ ਵੱਲੋਂ ਵੀ ਇਹ ਧਿਆਨ ਦੇਣਾ ਚਾਹੀਦਾ ਕਿ ਕੋਈ ਪ੍ਰੈਸ਼ਰ ਨਾ ਪਾ ਦਿਓ ਸਟੂਡੈਂਟਸ ਦੇ ਮਨ ਦੇ ਉੱਤੇ। ਪ੍ਰੈਸ਼ਰ 'ਚ ਆ ਕੇ ਬਹੁਤ ਕੁਝ ਹੋ ਜਾਂਦਾ, ਅਸਾਈਨਮੈਂਟਸ ਨੂੰ ਲੈ ਕੇ ਉਹੀ ਪ੍ਰੈਸ਼ਰ। ਗੱਲ ਹੈ ਨਾ ਕਿ ਕੱਚੀ ਉਮਰ ਆ, ਬਿਲਕੁਲ ਕੱਚੀ ਮਿੱਟੀ ਵਾਂਗੂ ਵੀ ਤੁਸੀਂ ਉਹਨੂੰ ਕਿੱਧਰ ਵੀ ਕੱਢ ਦਿਓ, ਪਰ ਉਹ ਬਹੁਤ ਸੈਂਸਿਟਿਵ ਮੁੱਦਾ ਵੀ ਹੋ ਜਾਂਦਾ ਕਈ ਵਾਰੀ, ਕਿਉਂਕਿ ਹਰ ਨਿਆਣਾ ਇੱਕੋ ਜਿਹਾ ਨਹੀਂ ਹੁੰਦਾ ਹੈਗਾ। ਤੁਸੀਂ ਦੇਖੋ ਨਾ ਆਊਟਰੀਚ ਕਿੰਨੀ ਹੈ ਸੜਕਾਂ ਦੇ ਉੱਤੇ, ਐਵੇਂ ਜਾਂਦੇ ਲੜੀ ਜਾਂਦੇ ਨੇ। ਮਤਲਬ ਤੁਸੀਂ ਬਾਈਕ ਲੈ ਕੇ ਜਾ ਰਹੇ ਹੋ, ਤੁਹਾਡੇ ਦਿਮਾਗ 'ਚ ਕੁਝ ਹੋਰ ਕੈਲਕੂਲੇਸ਼ਨਸ ਚੱਲਦੀਆਂ ਪਈਆਂ ਨੇ, ਕਿਤੇ ਹੋਰ ਇੰਗੇਜਡ ਹੋ ਤੁਸੀਂ। ਅੱਛਾ, ਮੈਂ ਜਲੰਧਰ ਦਾ ਇਹ ਮੁੱਦਾ ਪੜ੍ਹ ਰਿਹਾ ਸੀਗਾ। ਇੱਕ ਮਿੰਟ, ਔਰ ਸਾਹਮਣੇ ਕੋਈ ਆਇਆ, ਉਹ ਤੁਹਾਡੇ ਅੱਗੇ ਆ ਗਿਆ, ਠੀਕ ਹੈ ਤੁਸੀਂ ਦੋਵੇਂ ਬਚ ਗਏ ਨਾ, ਇੱਕ ਦੂਜੇ ਦਾ ਗਲਾ ਫੜਿਆ ਹੋਏਗਾ। ਨਹੀਂ, ਮੈਂ ਇਹੀ ਗੱਲ ਦੱਸਣ ਰਿਹਾ ਸੀਗਾ ਵੀ ਇਹ ਆਪਣਾ ਜਲੰਧਰ ਤੁਹਾਡੀ ਜਿਹੜੀ ਮਾਡਲ ਕਲੋਨੀ ਸ਼ਾਇਦ ਉਧਰ, ਉਹ ਕਿਤੇ ਉਹ ਪੇਪੁੱਤ ਜਾ ਰਹੇ ਸੀਗੇ ਕਿਤੇ, ਤੇ ਮੂਹਰਿਓਂ ਕੋਈ ਰਿਕਸ਼ੇ ਵਾਲਾ ਜਿਹੜਾ ਸੀਗਾ ਉਹ ਲੱਗ ਗਿਆ ਵਿੱਚ, ਉਹ ਕੁੱਟ-ਕੁੱਟ ਕੇ ਉਹਦਾ ਸਿਰ ਪਾੜ ਦਿੱਤਾ ਔਰ ਇੰਨੀ ਬ੍ਰੇਨ ਡੈਮੇਜ ਹੋ ਗਿਆ ਉੱਥੇ ਉਹਦਾ, ਤੇ ਉਹ ਹਸਪਤਾਲ ਜਾਂਦੇ ਜਾਂਦੇ ਮਰ ਗਿਆ। ਤੁਸੀਂ ਇੰਨੀ ਛੋਟੀ ਜਿਹੀ ਦੀ ਲੜਾਈ ਦੀ ਨੂੰ ਤੁਸੀਂ ਕਿੰਨਾ ਵਧਾ ਲਿਆ। ਫਿਰ ਪੇਪੁੱਤ ਫਰਾਰ ਆ ਹੁਣ, ਇਹ ਲੋਕਲ ਦਾ 3 ਦਿਨਾਂ ਦੀ ਪਹਿਲਾਂ ਦੀ ਖਬਰ ਹੈ, ਤਾਂ ਅਸੀਂ ਇੰਨਾ ਖਰਾਬ ਹੋ ਜਾਂਦੇ ਹਾਂ। ਸੋ ਦੋਨੋਂ ਪਾਸੇ ਹੀ ਹੈ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਸੰਸਕਾਰ ਡਾਊਨ, ਖਤਮ, ਮੋਰਲ ਵੈਲਿਊਜ਼ ਕਿਤੇ ਨਹੀਂ ਦਿਖਦੀਆਂ, ਔਰ ਉਸੇ ਕਰਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ MMS ਬਣਦਾ, ਨਹਾਉਂਦੀਆਂ ਹੋਈਆਂ ਕੁੜੀਆਂ ਦੀਆਂ ਵੀਡੀਓਜ਼ ਬਣਾ ਕੇ ਉਹ ਆਪਣੇ ਇੱਕ ਫਰੈਂਡ ਨੂੰ ਭੇਜਦੀ ਪਈ ਹੈ, ਔਰ ਇਮੋਸ਼ਨਲ ਬੰਦਾ ਇੰਨਾ ਚਾਰਜ ਹੋ ਗਿਆ ਕਿ ਉਹਨੇ ਸੁਸਾਈਡ ਕਰ ਲਿਆ। LPU ਯੂਨੀਵਰਸਿਟੀ, ਮਤਲਬ ਤੁਹਾਡੇ 'ਚ ਸਹਿਣ ਸ਼ਕਤੀ ਇੰਨੀ ਵੀ ਨਹੀਂ ਹੈ ਕਿ ਤੁਸੀਂ ਆਪਣੀ ਜਾਨ ਤੇ ਖੇਡ ਗਏ, ਗੱਲ ਵਿੱਚੋਂ ਕੁਝ ਵੀ ਨਹੀਂ ਨਿਕਲਣੀ, ਗੱਲ ਕੁਝ ਵੀ ਨਹੀਂ ਨਿਕਲਣੀ ਵਾਕਈ। ਮਸਲੇ ਜਿਹੜੇ ਨੇ ਬੈਠ ਕੇ ਹੱਲ ਹੋ ਸਕਦੇ ਨੇ। ਹੋਇਆ ਕੀ ਹੈ? ਕੁਝ ਵੀ ਨਹੀਂ ਹੋਇਆ। ਹੁਣ ਜਾਨ ਗਵਾ ਕੇ ਕੀ ਮਿਲਿਆ? ਕੁਝ ਵੀ ਨਹੀਂ ਮਿਲਿਆ, ਔਰ ਪਿੱਛੋਂ ਮਾਂ-ਬਾਪ ਰੋਂਦੇ ਨੇ, ਮਾਂ-ਬਾਪ ਰੋਂਦੇ ਨੇ, ਬਾਕੀ ਸਭ ਤੋਂ ਵੱਡੀ ਗੱਲ ਹੈ। ਉਹ ਵੀ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਉੱਤੇ ਗੱਲ ਆਏਗੀ, LPU ਦੇ ਉੱਤੇ ਗੱਲ ਆਏਗੀ ਕਿ ਉੱਥੇ ਇੱਕ ਬੰਦੇ ਨੇ ਸੁਸਾਈਡ ਕੀਤਾ, ਇਸ ਕਮਰੇ ਦੇ ਅੰਦਰ ਸੁਸਾਈਡ ਹੋਇਆ, ਉਸ ਕਮਰੇ ਦੇ ਅੰਦਰ ਸਟੂਡੈਂਟਸ ਰਹਿਣਾ ਪਸੰਦ ਨਹੀਂ ਕਰਨਗੇ, ਇੱਥੇ ਭੂਤ ਨਾ ਹੋਵੇ, ਇਹ ਵੀ ਡਰ ਲੱਗਦਾ ਹੈ ਨਾ। ਇੱਥੇ ਕਿਸੇ ਦਾ ਸੁਸਾਈਡ ਹੋਇਆ ਸੀ ਔਰ ਰਾਤੀ ਪਿਆ ਨੂੰ ਉਹਨਾਂ ਨੂੰ, ਜੇ ਕੋਈ ਬੰਦੇ ਨੂੰ ਰੂਮ ਅਲਾਟ ਹੋ ਗਿਆ 2-3 ਸਟੂਡੈਂਟਸ ਨੂੰ, ਉਹਨਾਂ ਨੂੰ ਰਾਤੀ ਨੀਂਦ ਨਹੀਂ ਹੋਣੀ, ਇੱਥੇ ਸੁਸਾਈਡ ਹੋਇਆ ਸੀ ਤੇ ਭੂਤ ਨਾ ਹੋਵੇ, ਪਤਾ ਨਹੀਂ ਕੀ ਸੋਚਣਗੇ। ਔਰ ਇਦਾਂ ਦੀਆਂ ਗੱਲਾਂ ਵੀ ਨਿਕਲਣਗੀਆਂ। ਰਾਤੀ ਜੀ ਅਸੀਂ ਕਿਸੇ ਨੂੰ ਇੱਥੇ ਕੋਰੀਡੋਰ 'ਚ ਤੁਰਦੇ ਫਿਰਦੇ ਦੇਖਿਆ ਸੀ, ਇਹ ਉਹ ਤਾਂ ਗੱਲਾਂ ਬਣ ਜਾਂਦੀਆਂ, ਆਵਾਜ਼ਾਂ ਆਉਂਦੀਆਂ ਪਈਆਂ ਸੀ, ਇੱਥੇ ਕੋਈ ਰੋਂਦਾ ਪਿਆ ਸੀ। ਮਾਈਕ, ਅੱਛਾ, ਮੈਨੂੰ ਲੱਗਦਾ ਹੁਣ ਆਪਾਂ ਸੁਸਾਈਡ ਤੋਂ ਅੱਗੇ ਵੱਧ ਜਾਈਏ, ਕਿਉਂਕਿ ਸਮਾਂ ਬਹੁਤ ਹੁੰਦਾ ਵੀ ਇੱਕ ਨੂੰ ਡਿਟੇਲ ਦੇ ਨਾਲ ਡਿਸਕਸ ਕਰਤੇ ਲਿਆ। ਮਤਲਬ ਸਾਈਕੋਲੋਜੀਕਲ ਪ੍ਰੋਬਲਮਸ ਮੈਂ ਦੱਸਦਾ ਕਿ ਜਿੱਦਾਂ ਇਹ ਸਾਰਾ ਮਾਹੌਲ ਬਣਿਆ ਹੋਇਆ। ਸੋ ਅੱਗੇ ਵਧਦੇ ਹਾਂ, ਕਿਉਂਕਿ ਹਰ ਥਾਂ ਦੇ ਉੱਤੇ ਸਾਈਕੋਲੋਜੀਕਲ ਪ੍ਰੋਬਲਮਸ ਹੀ ਨੇ, ਸਾਈਕੀ ਹੈ, ਕੋਈ ਕਿੱਧਰ ਵੀ ਜਾਂਦੀ ਕਿੱਧਰ ਵੀ ਤੁਰ ਜਾਂਦੀ ਆ। ਸੋ ਇੱਕ ਨਿਊਜ਼ ਇਹ ਵੀ ਆ ਰਹੀ ਹੈ ਕਿ ਜਿਸ ਤਰ੍ਹਾਂ ਹੁਣ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੁੰਦੇ ਸੀ ਸਾਰੇ ਗੁਰਦੁਆਰਾ ਸਾਹਿਬਾਨ, ਸੋ SGPC ਦੇ ਅੰਡਰ ਸੀਗੇ ਸਾਰੇ ਗੁਰਦੁਆਰਾ ਸਾਹਿਬ। ਸੋ ਹੁਣ ਕੋਰਟ ਵੱਲੋਂ ਆਰਡਰਸ ਹੋਏ ਨੇ, ਹਰਿਆਣਾ ਦੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਅਲੱਗ ਕਰ ਦਿੱਤੀ ਗਈ ਹੈ ਪੰਜਾਬ ਤੋਂ। ਸੋ ਉੱਥੋਂ ਦੀ ਸਟੇਟਮੈਂਟਸ ਆ ਰਹੀਆਂ ਨੇ ਕਿ ਸਾਨੂੰ ਇਹਨਾਂ ਤੋਂ ਬਾਦਲ ਗਰੁੱਪ ਤੋਂ ਮੁਕਤੀ ਮਿਲ ਗਈ, ਆਜ਼ਾਦੀ ਮਿਲ ਗਈ, ਅਸੀਂ ਹੁਣ ਇੱਧਰ ਠੀਕ ਹਾਂ। ਔਰ ਇੱਧਰ ਪੰਜਾਬ ਦੀ SGPC ਕਹਿ ਰਹੀ ਹੈ ਕਿ ਅਸੀਂ ਰਿਵੀਜ਼ਨ ਪਟੀਸ਼ਨ ਪਾਵਾਂਗੇ ਸੁਪਰੀਮ ਕੋਰਟ ਦੇ ਅੰਡਰ ਕਿ ਇਸ ਨੂੰ ਰੀਕਨਸੀਡਰ ਕੀਤਾ ਜਾਵੇ, ਇਸ ਫੈਸਲੇ ਨੂੰ, ਕਿਉਂਕਿ ਇਹ ਸਾਡੀ ਇੱਕ ਪਾਰਲੀਮੈਂਟ ਆ, ਛੋਟੀ ਪਾਰਲੀਮੈਂਟ, ਮਿਨੀ ਪਾਰਲੀਮੈਂਟ ਹੈ, 6 ਪਾਰਲੀਮੈਂਟ ਹੈ ਜੋ SGPC ਹੈ, ਸ਼੍ਰੀ ਅਕਾਲ ਤਖਤ ਸਾਹਿਬ। ਤੁਸੀਂ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਕਿ ਹਰਿਆਣਾ ਨੂੰ ਸਾਡੇ ਤੋਂ ਅਲੱਗ ਕਰਦੇ ਪਏ ਹੋ। ਕੱਲ ਨੂੰ ਦਿੱਲੀ ਵਾਸਤੇ ਵੀ ਗੱਲਾਂ ਉੱਠ ਸਕਦੀਆਂ ਨੇ, ਕਿਤੇ ਵਾਸਤੇ ਵੀ ਗੱਲਾਂ ਉੱਠ ਸਕਦੀਆਂ। ਨਹੀਂ, ਦਿੱਲੀ ਤੋਂ ਪਹਿਲਾਂ ਵੀ ਬਹੁਤ ਹੈ, ਪਹਿਲੇ ਤਾਂ ਦਿੱਲੀ ਤੋਂ ਪਹਿਲਾਂ ਹੀ ਆ, ਉੱਥੇ ਤਾਂ ਆਪਾਂ ਗੱਲ ਕਰਦੇ ਹਾਂ। ਜਿਹੜੀਆਂ ਇੰਟਰਨਲ ਜੁੜੀਆਂ ਹੋਈਆਂ ਚੀਜ਼ਾਂ ਨੇ ਨਾ, ਤਾਰਾਂ, ਉਹ ਵੀ ਟੁੱਟ ਸਕਦੀਆਂ ਨੇ, ਕਿਉਂਕਿ ਕਿਤੇ ਨਾ ਕਿਤੇ ਬੇਸ਼ੱਕ ਅਲੱਗ-ਅਲੱਗ ਪਲੇਅਰਸ ਹੋ ਗਏ ਨੇ, ਕਿਤੇ ਨਾ ਕਿਤੇ ਆਪਸ ਦੇ ਵਿੱਚ ਅਸਲ ਰਸੂਖ ਹੈਗਾ, ਪਰ ਜਦੋਂ ਦੀ ਇੱਦਾਂ ਦੀਆਂ ਸਟੇਟਮੈਂਟਸ ਆਉਣਗੀਆਂ ਕਿ ਸਾਨੂੰ ਫਲਾਣਿਆਂ ਤੋਂ ਮੁਕਤੀ ਮਿਲ ਗਈ ਹੈ ਨਾ, ਅਸੀਂ ਫ੍ਰੀ ਹੋ ਗਏ ਹਾਂ, ਦੈਟ ਇਜ਼ ਨਾਟ ਗੁੱਡ। ਸੰਜੀਵ ਜੀ, ਮੈਨੂੰ ਨਹੀਂ ਇਹ ਲੱਗਦਾ ਕਿ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਹੈ, ਕਿਉਂਕਿ ਬਹੁਤ ਗਲਤ ਹੈ ਇਹ ਚੀਜ਼। ਕਿਉਂਕਿ ਦੇਖੋ, ਉਹਨਾਂ ਨੇ ਸਟੇਟਮੈਂਟ ਜਿਹੜੀ ਦਿੱਤੀ ਹੈ, ਜਿਹੜੀ ਬਲਜੀਤ ਦਾਦੂਵਾਲ ਦੀ ਸਟੇਟਮੈਂਟ ਹੈ, ਤੁਸੀਂ ਗੱਲ ਕਰ ਰਹੇ ਹੋ, ਦਾਦੂਵਾਲ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ, ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਨਫਲੂਐਂਸ਼ੀਅਲ ਆ, ਡਾਇਰੈਕਟ ਜਿੱਦਾਂ ਆਪਾਂ ਕਹਿ ਲਿਆ ਕਿ ਅਸਰ ਰਸੂਖ ਜਿਨ੍ਹਾਂ ਦਾ ਆ ਉਹ ਬਾਦਲਾਂ ਦਾ ਆ। ਔਰ ਉਹਨਾਂ ਨੇ ਖੁੱਲ੍ਹ ਕੇ ਕਿਹਾ ਵੀ ਕਿਉਂਕਿ ਬਾਦਲ ਸਾਹਿਬ ਹੁਣਾਂ ਨੇ ਇਹ ਕਿਹਾ ਵੀ ਨਹੀਂ ਹੋਣੀ ਚਾਹੀਦੀ। ਹਰਭਜਨ ਸਿੰਘ ਨਾਂ ਦਾ ਬੰਦਾ ਸੀ ਜਿਹਨੇ ਪਟੀਸ਼ਨ ਵੀ ਪਾਈ ਸੀ ਵੀ ਇਹਦੇ ਨਾਲ ਖਤਰਾ ਆ, ਫਲਾਨਾ ਹੋ ਜਾਊਗਾ, ਇੱਕ ਨਹੀਂ ਸਾਂਭ ਸੰਭਾਲ ਕਰ ਸਕਣਗੇ ਇਹ ਸਹੀ ਤਰੀਕੇ ਨਾਲ। ਗੋਲਕ ਦੀ ਗੱਲ ਵੀ ਕੀਤੀ ਹੈ, ਵਾਕਈ ਗੁਰੂ ਕੀ ਗੋਲਕ ਨੂੰ ਖਤਰਾ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ 11 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਾਂ ਇਲੈਕਸ਼ਨ ਹੀ ਨਹੀਂ ਹੋਏ, ਤੇ ਹੁਣ ਤੁਸੀਂ ਕਹਿੰਦੇ ਆ ਵੀ ਇਲੈਕਸ਼ਨ ਹੋ ਜਾਣੀਆਂ, ਚਾਹੇ ਇਲੈਕਸ਼ਨ ਅਸੀਂ ਕਰਾਵਾਂਗੇ। ਤੁਸੀਂ ਅਗਲੇ ਦੀ ਪਟੀਸ਼ਨ ਦੇ ਉੱਤੇ ਕਹਿੰਦੇ ਆ ਕਿ ਇਹ ਗੈਰ ਕਾਨੂੰਨੀ ਆ, ਇਹ ਲawful ਨਹੀਂ ਹੈਗਾ। ਚੋਣਾਂ ਨਹੀਂ ਕਰਾਉਣੀਆਂ ਕਿਤੇ lawful ਨਹੀਂ ਹੈਗਾ? ਚੋਣਾਂ ਕਰਾਉਣਾ ਇਹ ਤਾਂ ਡੈਮੋਕ੍ਰੇਸੀ ਦੀ ਪਹਿਚਾਣ ਹੈ। ਕਿਤੇ ਨਾ ਕਿਤੇ ਡਾਇਰੈਕਟ ਇਨਫਲੂਐਂਸ ਹੈਗਾ ਆ। ਔਰ ਜਿੱਦਾਂ ਹੁਣ ਆਪਾਂ ਕਹਿ ਲਈਏ ਕਿ ਅਗਲਿਆਂ ਨੇ ਕਿਹਾ ਵੀ ਸਾਨੂੰ ਅਸੀਂ ਆਜ਼ਾਦ ਹੋ ਗਏ ਹਾਂ, ਅਸੀਂ ਹੁਣ ਆਪਣੇ ਗੁਰਦੁਆਰਾ ਸਾਹਿਬਾਨ ਦੀ ਆਪ ਰੱਖਿਆ ਕਰ ਸਕਦੇ ਹਾਂ। ਤੁਸੀਂ ਦੇਖੋ, ਨੰਦੇੜ ਸਾਹਿਬ, ਹਜੂਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਫਿਰ ਹਿਮਾਚਲ ਦੀ ਗੱਲ ਕਰਦੇ ਹਾਂ, ਜਾਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ, ਉਹ ਆਪਣੀ ਕਮੇਟੀ ਤਾਂ ਚਲਾਉਂਦੇ ਆ। ਜੇ ਇਹਨਾਂ ਨੂੰ ਹੱਕ ਇਹ ਕਿਉਂ ਨਹੀਂ ਚਲਾ ਸਕਦੇ? ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਾਂ ਚਲਾ ਸਕਦੀ ਹੈ ਨਾ। ਬਿਲਕੁਲ ਚਲਾ ਸਕਦੇ ਨੇ। ਮੇਰਾ ਪੁਆਇੰਟ
ਆਫ ਵਿਊ ਕੀ ਹੈ ਖਹਿਰਾ ਸਾਹਿਬ, ਜਿਸ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ, ਮੈਂ ਆਪਣੀ ਪਿਛਲੀ ਗੱਲ ਵਿੱਚ ਵੀ ਜੋ ਕਿਹਾ ਉਹਨੂੰ ਮੈਂ ਫਿਰ ਤੋਂ ਦੁਹਰਾਵਾਂਗਾ। ਮੇਰਾ ਪੁਆਇੰਟ ਆਫ ਵਿਊ ਇਹ ਹੈ, ਕਮਿਊਨਿਟੀ, ਸਿੱਖ ਕਮਿਊਨਿਟੀ, ਮਤਲਬ ਤੁਸੀਂ ਜੋ ਸਟੇਟਮੈਂਟਸ ਦਿੰਦੇ ਹੋ, ਦੇਖੋ ਮੇਰੀ ਗੱਲ ਸੁਣੋ ਸੰਜੀਵ ਜੀ, ਇੱਕ ਗੱਲ ਸੁਣੋ, ਦੇਖੋ ਜਿਹਨੇ ਗੁਰਦੁਆਰਾ ਸਾਹਿਬ ਜਾਣਾ ਨਾ ਤੇ ਉਹਨੇ ਦੇਖਣਾ ਵੀ ਉੱਥੇ ਤਾਂ ਹਰਜਿੰਦਰ ਸਿੰਘ ਧਾਮੀ ਆ, ਨਾ ਹੀ ਉਹਨੇ ਦੇਖਣਾ ਬਲਜੀਤ ਸਿੰਘ ਦਾਦੂ ਵਾਲਾ। ਸਹੀ ਹੈ, ਅਸੀਂ ਸ਼ਰਧਾ ਦੇ ਨਾਲ ਜਾਣ ਕੇ ਆਪਣਾ ਮੱਥਾ ਟੇਕਣਾ ਆ। ਹਾਂ, ਜਿਹੜੀ ਮੈਨੇਜਮੈਂਟ ਕਰ ਰਹੀ ਆ ਉਹ ਮੈਨੇਜਮੈਂਟ ਸੁਚਾਰੂ ਢੰਗ ਦੇ ਨਾਲ ਕਰੂਗੀ, ਅਨਟਿਲ ਅਨਲੈਸ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬਿਲਕੁਲ ਸਹੀ ਕਹਿੰਦੇ ਹੋ। ਹੁਣ ਨਾ ਸਾਨੂੰ ਜੇ ਅਗਲੇ ਇਦਾਂ ਦੇ ਦੇਣ ਦੇ ਮੈਸੇਜ ਦਾ ਮਤਲਬ ਕਿਸੇ ਦਾ ਕੰਟਰੋਲ ਉੱਥੇ ਹੈਗਾ, ਔਰ ਇਹਦਾ ਪ੍ਰਤੱਖ ਹੈਗਾ, ਸਾਨੂੰ ਵੀ ਪਤਾ ਹੈ ਕੰਟਰੋਲ ਹੈਗਾ ਆ, ਅਸੀਂ ਜਾਣਦੇ ਆ। ਤਾਂ ਤੁਹਾਨੂੰ ਨਹੀਂ ਪਤਾ ਹੈਗਾ ਵੀ ਉਹਦੇ ਤੇ ਐਸਜੀਪੀਸੀ ਦੇ ਉੱਤੇ ਕੰਟਰੋਲ ਕਿਹਨਾਂ ਦਾ ਕੰਟਰੋਲ ਹੈ, ਔਰ ਇਹ ਚੀਜ਼ ਨਹੀਂ ਵੀ ਹੋਣੀ ਚਾਹੀਦੀ, ਉਹ ਵੀ ਅਸੀਂ ਜਾਣਦੇ ਹਾਂ ਕਿ ਅਸੀਂ ਕਿੱਥੇ ਬੈਠੇ ਹਾਂ। ਦੂਜੀ ਗੱਲ ਮੈਂ ਇਹ ਕਹਿਣਾ ਹਾਂ ਕਿ ਜਿਹੜੀ ਸਟੇਟਮੈਂਟਸ ਤੁਸੀਂ ਦੇ ਰਹੇ ਹੋ ਨਾ, ਇਹਦਾ ਕਮਿਊਨਿਟੀ ਨੂੰ ਕਿਵੇਂ ਖਤਰਾ ਹੋ ਸਕਦਾ, ਪਲੀਜ਼ ਇਹ ਮੈਨੂੰ ਇਹ ਦੱਸੋ। ਕਮਿਊਨਿਟੀ ਨੂੰ ਖਤਰਾ ਨਹੀਂ ਹੈ, ਜਾਂ ਕਮਿਊਨਿਟੀ ਦੇ ਵਿੱਚ ਪਾੜਾ ਕਿੱਦਾਂ ਪੈ ਸਕਦਾ? ਕੋਈ ਪਾੜਾ ਨਹੀਂ ਪਏਗਾ। ਮੈਂ ਇਹ ਕਹਿ ਰਿਹਾ ਹਾਂ ਕਿ ਕਿਤੇ ਕਿਸੇ ਹੋਰ ਨੂੰ ਇਹ ਮੌਕਾ ਨਾ ਮਿਲ ਜਾਏ ਕਿ ਤੁਹਾਡੇ ਆਪਣੇ ਹੀ ਮਸਲੇ ਨਹੀਂ ਹੱਲ ਹੁੰਦੇ, ਤੁਸੀਂ ਆਪਸ 'ਚ ਹੀ ਲੜਦੇ ਰਹਿੰਦੇ। ਕਿਉਂਕਿ ਪਿੱਛੇ ਜੇ ਅਸੀਂ ਇੱਕ ਵੀਡੀਓ ਇਹ ਤਾਂ ਪ੍ਰਤੱਖ ਹੋ ਗਿਆ ਸੰਜੀਵ ਜੀ, ਕਿਦਾਂ ਦੀਆਂ ਗੱਲਾਂ ਕਰਦੇ, ਕਿਉਂਕਿ ਇਹਨਾਂ ਨੇ ਇੱਕ ਉੱਥੇ ਉਹ ਜਿਹੜੀ ਟਰਮ ਬਣਾਈ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਕਹਿੰਦੇ ਸੀ ਜੀ ਅਸੀਂ ਇਨਸਾਫ ਲੈਣਾ ਹੈ, ਔਰ ਬੰਦੀ ਸਿੰਘਾਂ ਦੇ ਉਹਦੇ ਕੋਲ ਤੋਂ ਇਹਨਾਂ ਕੋਲ ਇੱਕ ਫੈਸਲਾ ਨਹੀਂ ਲਿਆ ਹੋਗਾ, ਨਾ ਬਲਜੀਤ ਸਿੰਘ ਦਾਦੂਵਾਲ, ਦਮਦਮੀ ਟਕਸਾਲ ਵਾਲੇ ਹਰਨਾਮ ਸਿੰਘ, ਫਿਰ ਆਪਾਂ ਕਹਿ ਲਈਏ ਇੱਧਰੋਂ ਢੀਂਡਸਾ ਪਰਿਵਾਰ ਉਹਨਾਂ ਦਾ ਨਹੀਂ ਹੋਇਆ, ਧਾਮੀ ਸਾਹਿਬ ਹੋਇਆ, ਬਾਦਲ ਸਾਹਿਬ ਆਪ ਨਹੀਂ ਉਹਦੇ ਵਿੱਚ ਜਾਂਦੇ, ਸੁਖਬੀਰ ਬਾਦਲ ਆਪ ਨਹੀਂ ਗਏ, ਇਹਨਾਂ ਕੋਲੇ ਉਸ ਦਾ ਫੈਸਲਾ ਲੈ ਨਹੀਂ ਹੋ ਗਿਆ। ਤੁਸੀਂ ਸਮਝ ਸਕਦੇ ਹੋ ਕਿ ਇੱਦਾਂ ਦੀ ਤਾਂ ਕੋਈ ਚੀਜ਼ ਰਹੀ ਐਗਜ਼ਿਸਟ ਨਹੀਂ ਕਰਦੀ ਜਿੱਤੇ ਆਪਾਂ ਗੱਲ ਕਰ ਰਹੇ ਹਾਂ। ਯੈਸ, ਮੈਂ ਬਿਲਕੁਲ ਇਹ ਗੱਲ ਕਹਿ ਰਿਹਾ ਕਿ ਮੈਂ ਜਿੱਥੋਂ ਤੱਕ ਫੀਲ ਮੈਂ ਕਰ ਰਿਹਾ, ਮੈਂ ਇਹ ਫੀਲ ਕਰ ਰਿਹਾ ਕਿ ਤੁਸੀਂ ਜਦੋਂ ਵੀ ਗੱਲ ਕਰੋ ਨਾ, ਕੋਈ ਵੀ ਸਟੇਟਮੈਂਟ ਦਿਓ, ਉਹਦੇ ਜਿਹੜਾ ਤੁਹਾਡਾ ਪਰਸਨਲ ਟੱਚ ਹੈ ਉਹ ਨਹੀਂ ਦਿਖਣਾ ਚਾਹੀਦਾ, ਫੈਕਟਸ ਦਿਖਣੇ ਚਾਹੀਦੇ। ਅੱਛਾ, ਤੁਸੀਂ ਕਿਵੇਂ ਦੀ ਸਟੇਟਮੈਂਟ ਚਾਹੁੰਦੇ ਸੀ ਕਿ ਬਲਜੀਤ ਦਾਦੂਵਾਲ ਦੇਵੇ? ਬਲਜੀਤ ਦਾਦੂਵਾਲ ਜਿੱਦਾਂ ਉਹ ਸਟੇਟਮੈਂਟ ਦੇ ਰਹੇ ਨੇ ਕਿ ਇਟਸ ਅ ਗੁੱਡ ਡਿਸੀਜਨ, ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਵੀ ਠੀਕ ਹੈ ਕਿ ਵੱਖ-ਵੱਖ ਥਾਂ ਦੇ ਉੱਤੇ ਇੱਕ ਅਲੱਗ-ਅਲੱਗ ਕਮੇਟੀ ਹੋਣੀ ਚਾਹੀਦੀ ਹੈ, ਠੀਕ ਹੈ, ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਨਾਲ ਉਹ ਸੰਭਾਲ ਸਕਦੇ ਨੇ, ਕਿਉਂਕਿ ਜਿੰਨਾ ਡਿਵੀਜ਼ਨ ਹੋਏਗਾ ਉਹਨਾਂ ਅਸੀਂ ਵਧੀਆ ਤਰ੍ਹਾਂ ਨਾਲ ਪ੍ਰਬੰਧ ਕਰ ਸਕਾਂਗੇ ਹਰ ਚੀਜ਼ ਦਾ, ਕਿਉਂਕਿ ਇੱਕੋ ਬਾਡੀ ਦੇ ਉੱਤੇ ਸਾਰਾ ਬੋਝ ਪਾਣਾ ਉਹ ਵੀ ਠੀਕ ਨਹੀਂ। ਦੂਜਾ, ਜਦੋਂ ਇੱਕੋ ਬਾਡੀ ਦੇ ਉੱਤੇ ਸਾਰਾ ਬੋਝ ਪਿਆ ਹੁੰਦਾ ਔਰ ਇੱਕੋ ਬਾਡੀ ਆਪਰੇਟ ਕਰਦੀ ਹੁੰਦੀ ਹੈ, ਜ਼ਾਹਿਰ ਤੌਰ ਤੇ ਮੋਨੋਪੋਲੀ ਵਾਲੀ ਗੱਲ ਆ ਜਾਂਦੀ ਹੈ, ਉਹਦੇ ਵਿੱਚ ਕਰਪਸ਼ਨ ਹੋਣੀ ਜ਼ਰੂਰੀ ਹੋ ਜਾਂਦੀ ਹੈ। ਔਰ ਕਰਪਸ਼ਨ ਹੋ ਜਾਂਦੀ ਕਿਉਂਕਿ ਅਸੀਂ ਮੋਰਲ ਵੈਲਿਊਜ਼ ਦੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਔਰ ਥੋੜੇ ਦਿਨ ਹੋਏ ਨੇ ਅਸੀਂ ਵੀਡੀਓ ਵੀ ਦੇਖ ਚੁੱਕੇ ਹਾਂ ਪ੍ਰਧਾਨਗੀ ਵਾਸਤੇ ਕਿੱਦਾਂ ਹੱਥੋਂ ਪਾਈ ਹੁੰਦੇ ਪਏ ਨੇ, ਤਲਵਾਰਾਂ ਤੱਕ ਖਿੱਚ ਲਈ। ਅੱਛਾ, ਪਲੀਜ਼ ਇਹ ਕਲੀਅਰ ਕਰ ਦਿਓ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਨਹੀਂ ਹੈ, ਫਿਰ ਕਿਉਂਕਿ ਇਹ ਐਵੇਂ ਟ੍ਰੋਲ ਹੋ ਜਾਂਦਾ ਹੈ। ਨਾ, ਬਿਲਕੁਲ ਸੰਬੰਧਿਤ ਨਹੀਂ ਹੈ। ਮੈਂ ਇੱਕ ਇਨਸਾਨ ਦੀ ਗੱਲ ਕਰਦਾ ਪਿਆ ਕਿ ਅਸੀਂ ਕਿੱਥੇ ਤੱਕ ਚਲੇ ਜਾਂਦੇ ਹਾਂ। ਹਾਲਾਂਕਿ ਅਸੀਂ ਸਾਰੇ ਬਾਣੀ ਪੜ੍ਹਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਫਿਰ ਵੀ ਅਸੀਂ ਆਪਸ ਦੇ ਵਿੱਚ ਹੱਥੋਂ ਪਾਈ ਹੋਏ ਹਾਂ, ਔਰ ਇਹ ਵੀ ਨਿਊਜ਼ ਹੈ ਕਿ ਤਲਵਾਰਾਂ ਤੱਕ ਖਿੱਚ ਲਈਆਂ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ, ਇਹ ਚੀਜ਼ਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ। ਮੈਂ ਇਹ ਕਹਿ ਰਿਹਾ, ਲੱਖ ਰੰਜਿਸ਼ ਹੋਵੇ, ਲੱਖ ਤਲਖੀਆਂ ਹੋਣ ਅੰਦਰ, ਲੇਕਿਨ ਉਹ ਅੰਦਰ ਵੜ ਕੇ ਬਾਹਰ ਕੋਈ ਇੱਦਾਂ ਦੀ ਗੱਲ ਨਾ ਆਵੇ, ਕਿਉਂਕਿ ਅੱਗੇ ਹੀ ਬਹੁਤ ਗੱਲਾਂ ਉੱਠਦੀਆਂ ਨੇ, ਬਹੁਤ ਉਂਗਲਾਂ ਉੱਠਦੀਆਂ ਨੇ, ਉਹ ਕੋਈ ਗੱਲਾਂ ਨਾ ਹੋਣ। ਇੱਕ ਸਿੱਧੀ ਤਰ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਠੀਕ ਹੈ, ਕੋਰਟ ਨੇ ਆਪਣਾ ਡਿਸੀਜਨ ਦਿੱਤਾ। ਅੱਛਾ, ਤੁਸੀਂ ਇੱਕ ਚੀਜ਼ ਕਹਿ ਰਹੇ ਨਾ, ਤੁਸੀਂ ਪਹਿਲਾਂ ਪੂਰੀ ਕਰ ਲਓ, ਫਿਰ ਮੈਂ ਗੱਲ ਕਰਦਾ। ਧਾਮੀ ਸਾਹਿਬ ਨੇ ਜਿੱਦਾਂ ਕਿਹਾ ਕਿ ਸਿਰ ਮੱਥੇ ਸੁਪਰੀਮ ਕੋਰਟ ਦਾ ਡਿਸੀਜਨ, ਬਹੁਤ ਵਧੀਆ ਗੱਲ ਕਹੀ ਹੈ ਕਿ ਅਸੀਂ ਫਿਰ ਵੀ ਰਿਵਾਈਜ਼ ਕਰਨ ਵਾਸਤੇ ਕਵਾਂਗੇ ਕਿ ਇੱਕ ਸਾਡੀ ਪਾਰਲੀਮੈਂਟ ਆ, ਉਸ ਪਾਰਲੀਮੈਂਟ ਨੂੰ ਖੰਡਿਤ ਨਾ ਕੀਤਾ ਜਾਵੇ। ਦੈਟਸ ਓਕੇ, ਬਹੁਤ ਵਧੀਆ ਗੱਲ ਕਹੀ। ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਹਰਜਿੰਦਰ ਸਿੰਘ ਧਾਮੀ ਨੂੰ ਇੰਨਾ ਫੇਵਰ ਕਿਉਂ ਕਰ ਰਹੇ ਹੋ? ਮੈਂ ਫੇਵਰ ਨਹੀਂ ਕਰ ਰਿਹਾ, ਮੈਂ ਵੇ ਆਫ ਕੰਡਕਟ ਦੀ ਗੱਲ ਕਰ ਰਿਹਾ ਕਿ ਕਿਤੇ ਵੀ ਨਾ, ਜਦੋਂ ਅਸੀਂ ਉਹਨਾਂ ਮਸਲਿਆਂ ਨੂੰ ਡਿਸਕਸ ਕਰਦੇ ਹਾਂ ਜਿਹੜੇ ਸਭ ਨਾਲ ਜੁੜੇ ਹੋਏ ਨੇ। ਅੱਛਾ, ਦਾਦੂਵਾਲ ਸਾਹਿਬ ਨੇ ਕਿਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾੜਾ ਨਹੀਂ ਕਿਹਾ, ਮੈਂ ਜਦੋਂ ਤੱਕ ਉਹਨਾਂ ਨੇ ਸਿਰਫ ਇਹ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜੇ ਲੋਕ ਗੁਰੂ ਕੀ ਗੋਲਕ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ, ਉਹਨਾਂ ਦੀ ਸਿਰਫ ਗੱਲ ਕੀਤੀ ਆ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਤੋਂ ਆਜ਼ਾਦ ਹੋ ਗਏ। ਉਹਨਾਂ ਨੇ ਪ੍ਰਤੱਖ ਤਰੀਕੇ ਨਾਲ ਕਿਹਾ ਵੀ ਅਸੀਂ ਸੁਖਬੀਰ ਬਾਦਲ ਤੇ ਵੱਡੇ ਬਾਦਲ ਸਾਹਿਬ ਤੋਂ ਜਿਹੜੇ ਹੋ ਗਿਆ। ਹੁਣ ਤੁਹਾਨੂੰ ਵੀ ਪਤਾ ਹੈ ਇਨਫਲੂਐਂਸ਼ਲ ਡਾਇਰੈਕਟ ਇਨਫਲੂਐਂਸ ਉਹਨਾਂ ਦਾ, ਇਹ ਤਾਂ ਸਭ ਨੂੰ ਪਤਾ ਹੈ। ਫਿਰ ਤੁਸੀਂ ਕਹਿ ਰਹੇ ਹੋ ਕਿ ਉਹ ਸਟੇਟਮੈਂਟ ਆਪਣੀ ਵੱਖਰੀ ਦੇਣ, ਪਰ ਇੱਥੇ ਤੁਸੀਂ ਇੱਕ ਗੱਲ ਜ਼ਰੂਰ ਸਮਝ ਲਓ ਕਿ ਜਿਹੜਾ ਸਿੱਖ ਧਰਮ ਆ ਉਹਦੇ ਵਿੱਚ ਰਾਜਨੀਤੀ ਦੇ ਲਈ ਬਹੁਤ ਵੱਡੀ ਜਗ੍ਹਾ ਆ, ਕਿਉਂਕਿ ਅਸੀਂ ਮੀਰੀ ਤੇ ਪੀਰੀ ਦੀ ਗੱਲ ਕਰਦੇ ਹਾਂ, ਧਰਮ ਜਿਹੜਾ ਉਹ ਬਿਨਾਂ ਰਾਜਨੀਤੀ ਤੋਂ ਹੋ ਨਹੀਂ ਸਕਦਾ, ਕਿਉਂਕਿ ਧਰਮ ਮੈਨੇਜਮੈਂਟ ਆ। ਆਫਟਰ 12 ਇਅਰਸ, ਮਤਲਬ 12 ਸਾਲ ਹੋ ਗਏ ਨੇ, ਤੁਸੀਂ ਇਲੈਕਸ਼ਨਸ ਨਹੀਂ ਹੋਈਆਂ। ਔਰ ਹਰਜਿੰਦਰ ਸਿੰਘ ਧਾਮੀ, ਮੈਂ ਤੁਹਾਨੂੰ ਉਸ ਦਿਨ ਵੀ ਜੰਮੂ ਵਾਲੀ ਵੀ ਦੱਸਦਾ ਸੀ ਵੀ ਕਿਵੇਂ ਸਟੇਟਮੈਂਟ ਕਹਿੰਦੇ ਜੀ ਆਪਾਂ ਜੰਮੂ ਦੇ ਵਿੱਚ ਜਾਂਦੇ ਆ, ਸਾਡੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਆ ਸਾਡੇ, ਉੱਥੇ ਜਾ ਕੇ ਉਹ ਕਹਿੰਦੇ ਨੇ ਗਿਆਨੀ ਹਰਪ੍ਰੀਤ ਜੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਲਈਏ। ਅਸੀਂ ਕਿਉਂ ਕਿਸੇ ਨੂੰ ਕਰ ਰਹੇ ਹਾਂ? ਤੁਸੀਂ ਤਾਂ ਇੱਕ ਧਾਰਮਿਕ ਸਾਡੇ ਗੁਰੂ ਹੋ, ਅਸੀਂ ਤੁਹਾਡੇ ਤੋਂ ਚਾਨਣਾ ਲੈਣਾ ਆ। ਜੋ ਤੁਸੀਂ ਪੋਲੀਟੀਕਲ ਪਾਰਟੀਆਂ ਹੋਵੋਗੇ, ਉਹ ਰਾਜਨੇਤਾਵਾਂ ਦੇ ਪਿੱਛੇ ਹੋਵੋਗੇ, ਫਿਰ ਤਾਂ ਕਿਤੇ ਨਾ ਕਿਤੇ ਗਿਰਾਵਟ ਹੈ ਨਾ। ਖੈਰਾ ਸਾਹਿਬ, ਗੱਲ ਇਹ ਹੈ ਕਿਉਂਕਿ ਆਪਾਂ ਦੋਨੋਂ ਹੀ ਫੋਲੋਅਰਸ ਹਾਂ ਸਿੱਖ ਧਰਮ ਦੇ, ਉਹਦੇ 'ਚ ਦੋ ਗੱਲਾਂ ਆ ਜਾਂਦੀਆਂ ਨੇ।
ਜਦੋਂ ਅਸੀਂ ਆਪਣੀ ਪਰਸਨਲ ਪੁਆਇੰਟ ਆਫ ਵਿਊ ਨੂੰ ਲੈ ਆਉਂਦੇ ਹਾਂ ਕਿਤੇ ਵੀ, ਉਹ ਕੰਟਰੋਵਰਸੀ ਹੋਏਗੀ। ਪਰ ਮੈਂ ਇਹ ਕਹਿ ਰਿਹਾ ਕਿ ਔਰ ਤੁਸੀਂ ਜਿੱਥੇ ਅਸੀਂ ਫੈਕਟਸ ਦੇ ਉੱਤੇ ਚੱਲਾਂਗੇ ਨਾ, ਜੀ ਜੀ ਉੱਥੇ ਕੰਟਰੋਵਰਸੀ ਨਹੀਂ ਆਏਗੀ, ਉੱਥੇ ਮਾਮਲੇ ਸੋਲਵ ਹੋਣਗੇ। ਇਹ ਗੱਲਾਂ ਪਹਿਲਾਂ ਵੀ ਉੱਠੀਆਂ ਨੇ ਕਿ 12 ਸਾਲ ਹੋ ਗਏ ਹਜੇ ਤੱਕ ਇਲੈਕਸ਼ਨਸ ਕਿਉਂ ਨਹੀਂ ਹੋ ਰਹੀਆਂ, ਇਹ ਵੀ ਗੱਲ ਉੱਠੀ। ਬਾਦਲ ਪਰਿਵਾਰ ਦਾ ਬਹੁਤ ਉੱਤੇ ਸਿੱਕਾ ਚੱਲਦਾ, ਇਹ ਵੀ ਗੱਲ ਪਹਿਲਾਂ ਉੱਠੀ, ਹਮੇਸ਼ਾ ਚੱਲਦੀ ਰਹੀ ਹੈ ਗੱਲ। ਤਾਂ ਕਿਉਂ ਨਹੀਂ ਫਿਰ ਇਸ ਮਾਮਲੇ ਨੂੰ ਮਿਲ ਕੇ ਨਜਿੱਠਦੇ? ਉਹ ਕਿਹੜੀ ਚੀਜ਼ ਹੈ ਜਿਹੜੀ ਬਾਦਲ ਪਰਿਵਾਰ ਨੂੰ ਇੰਨਾ ਸਟਰੋਂਗ ਕਰਕੇ ਸੰਜੀਵ ਜੀ, ਤੁਸੀਂ ਪੋਲਿਟਿਕਸ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਹੈ ਕਿ ਜਿਹੜੀ ਨਜਿੱਠੀ ਨਹੀਂ ਜਾ ਸਕਦੀ। ਇੱਥੋਂ ਤੱਕ ਕਿ ਸੁਖਬੀਰ ਬਾਦਲ ਹੁਣਾਂ ਦੀ ਪਾਰਟੀ ਕਿੰਨੇ ਮਾੜੇ ਤਰੀਕੇ ਦੇ ਨਾਲ ਪੋਲੀਟੀਕਲੀ ਫੇਲ ਹੋ ਜਾਂਦੀ ਆ ਤੇ ਉਹ ਬੰਦੇ ਨੂੰ ਅਸੀਂ ਕੁਰਸੀ ਤੋਂ ਲਾ ਨਹੀਂ ਸਕੇ, ਉਹਨਾਂ ਦੀ ਪਾਰਟੀ ਦੇ ਵਿਚਲੇ ਲੋਕ ਹੀ ਨਹੀਂ ਲਾ ਸਕੇ। ਤੇ ਇਹ ਚੀਜ਼ਾਂ ਕਿੱਥੇ ਹੋ ਜਾਣਗੀਆਂ? ਅਗਲਿਆਂ ਨੇ ਆਪਣੀ ਜੰਗ ਜਿੱਤ ਲਈ, ਅਗਲਿਆਂ ਨੇ ਕਿਤੇ ਨਾ ਕਿਤੇ ਆਪਣਾ ਇੱਕ ਹੋਂਦ ਬਰਕਰਾਰ ਰੱਖ ਲਈ ਔਰ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ। ਔਰ ਮੈਨੂੰ ਨਹੀਂ ਲੱਗਦਾ ਕਿ ਦਾਦੂਵਾਲ ਦੀ ਸਟੇਟਮੈਂਟ ਕੁਝ ਵੀ ਗਲਤ ਹੈ। ਜਿੱਥੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਕਿਉਂਕਿ ਸਾਨੂੰ ਸਿਖਾਇਆ ਇਹ ਜਾਂਦਾ ਗੁਰੂਆਂ ਦੇ ਵੱਲੋਂ ਕਿ ਤੁਸੀਂ ਸੱਚ ਦੇ ਨਾਲ ਖੜਨਾ ਹੈ। ਸਟੇਟਮੈਂਟ ਗਲਤ ਨਹੀਂ ਹੈ, ਕਿਤੇ ਵੀ ਗਲਤੀ ਕਿਤੇ ਵੀ ਨਹੀਂ ਹੈ। ਮੈਂ ਇਹ ਕਹਿ ਰਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਨਾ ਜਿਹੜੀ ਅੰਦਰ ਦੀ ਤਲਖੀ ਹੈ, ਜਦੋਂ ਅਸੀਂ ਬਾਹਰ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਤਲਖੀ ਸਾਡੀ ਕਿਸੇ ਵੀ ਗੱਲ 'ਚ ਝਲਕੇਗੀ। ਅਗਲਾ ਵੀ ਸਟੇਟਮੈਂਟ ਦੇਗਾ, ਉਹ ਫਿਰ ਤਲਖੀ ਵਾਲੀ ਹੋਏਗੀ, ਉਹ ਤਲਖੀ ਸ਼ੁਰੂ ਹੋ ਜਾਣੀ ਹੈ। ਅੱਛਾ, ਤੁਹਾਨੂੰ ਇਹ ਲੱਗਦਾ ਕਿ ਹਰਿੰਦਰ ਸਿੰਘ ਧਾਮੀ ਹੁਣਾਂ ਦੀ ਫਿਰ ਸਟੇਟਮੈਂਟ ਥੋੜੀ ਤਲਖੀ ਲੱਗੀ ਮੈਨੂੰ। ਫਿਰ ਪ੍ਰੋਬਲਮ ਕੀ ਆ? ਪ੍ਰੋਬਲਮ ਕੋਈ ਨਹੀਂ। ਮੈਂ ਇਹ ਕਹਿ ਰਿਹਾ ਕਿ ਉਹਨਾਂ ਦੇ ਜਿਸ ਤਰ੍ਹਾਂ ਸਾਹਮਣੇ ਜਦ ਕਹਿੰਦੇ ਆ ਨਾ ਕਿ ਕਿਸੇ ਨੇ ਕੁਝ ਕਿਹਾ, ਫਿਰ ਉਹਦਾ ਐਕਸ਼ਨ ਟੂ ਰਿਐਕਸ਼ਨ ਹੋਇਆ। ਦੇਖੋ, ਆਪਾਂ ਸਤਜੁਗ 'ਚ ਤਾਂ ਨਹੀਂ ਰਹਿੰਦੇ ਜਿੱਥੇ ਜੀ ਕਹਿ ਕੇ ਤੇ ਜੀ ਚੱਲੂਗਾ। ਇਹ ਹੈ ਕਿ ਜੋ ਚੱਲ ਰਿਹਾ ਹੈ ਨਾ, ਜਿੱਦਾਂ ਅਸੀਂ ਦੇਖਦੇ ਪਏ ਆ ਕਿ ਕਈ ਉਂਗਲਾਂ ਉੱਠਦੀਆਂ ਨੇ, ਕਈ ਗੱਲਾਂ ਹੁੰਦੀਆਂ ਨੇ, ਅਸੀਂ ਉਸ ਤੋਂ ਸੇਫ ਸਾਈਡ। ਅੱਛਾ ਚਲੋ, ਆਪਾਂ ਹੁਣ ਇੱਥੇ ਬਹਿਸ ਛੱਡਦੇ ਆ, ਆਪਾਂ ਇਹ ਦੱਸੋ ਵੀ ਅੱਗੋਂ ਕੀ ਹੋਊਗਾ? ਅੱਗੋਂ ਤਾਂ ਇਹ ਠੀਕ ਹੈ। ਦੇਖੋ, ਮੈਂ ਤਾਂ ਦੋ ਪੁਆਇੰਟ ਆਫ ਵਿਊ ਰੱਖਦਾ। ਇੱਕ ਪੁਆਇੰਟ ਆਫ ਵਿਊ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਨਾਲ ਦੈਟ ਇਜ਼ ਵੰਡਰਫੁਲ, ਬਹੁਤ ਵਧੀਆ ਹੋਇਆ। ਦੂਸਰੀ ਗੱਲ, ਜਿੱਥੇ ਕਰਪਸ਼ਨ ਹੋ ਰਹੀ ਹੈ, ਜਿੱਦਾਂ ਅਸੀਂ ਬਾਦਲ ਪਰਿਵਾਰ ਦੀ ਗੱਲ ਕੀਤੀ ਹੈ, ਇੱਕ ਆਪਾਂ ਸਿੱਧੀ ਭਾਸ਼ਾ 'ਚ ਗੱਲ ਕਰੀਏ, ਦੈਟ ਇਜ਼ ਅ ਕਰਪਸ਼ਨ, ਕਿ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਜੋ ਕਿਸੇ ਵੀ ਅਕੀਦੇ ਨਾਲ, ਕਿਸੇ ਵੀ ਐਂਗਲ ਤੋਂ ਸਹੀ ਨਹੀਂ ਹੈ, ਤੁਹਾਨੂੰ ਨਹੀਂ ਹੋਣਾ ਚਾਹੀਦਾ। ਗੁਰੂ ਦੀ ਗੋਲਕ ਜਾਂ ਗੁਰੂ ਦਾ ਸਾਰਾ ਐਡਮਿਨਿਸਟ੍ਰੇਸ਼ਨ ਦਾ ਕੰਮ, ਮੀਰੀ ਪੀਰੀ ਦੀ ਅਸੀਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬਾਨ ਨੇ ਸਮਝਾਇਆ ਕਿ ਇੱਥੇ ਰਾਜਨੀਤੀ ਨੂੰ ਰੱਖਣਾ, ਇੱਥੇ ਧਰਮ ਨੂੰ ਰੱਖਣਾ, ਦੋਵਾਂ ਨੂੰ ਮਿਲ ਕੇ ਲੈ ਕੇ ਚੱਲਣਾ। ਜਦੋਂ ਅਸੀਂ ਸੰਤ ਸਿਪਾਹੀ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਗੁਰੂ ਸਾਹਿਬ ਸੰਤ ਦੀ ਗੱਲ ਕਰਦੇ ਨੇ, ਫਿਰ ਸਿਪਾਹੀ ਦੀ ਗੱਲ ਕਰਦੇ ਨੇ। ਸਿਪਾਹੀ ਸੰਤ ਨਹੀਂ ਕਿਹਾ ਹੁੰਦਾ, ਮਤਲਬ ਪਹਿਲਾਂ ਸੰਤ ਅਕੀਦਾ ਹੋਣਾ ਚਾਹੀਦਾ, ਪਹਿਲਾਂ ਮਰਿਆਦਾ। ਜਿਹੜੀ ਮਰਿਆਦਾ ਸਿਖਾਈ ਹੈ ਉਸ ਮਰਿਆਦਾ ਤੇ ਚੱਲੋ। ਮਰਿਆਦਾ ਤੋਂ ਇੱਧਰ ਉੱਧਰ ਹੁੰਦੇ ਆ ਤਾਂ ਉਹ ਨਾ ਤਾਂ ਰਾਜਨੀਤੀ ਨੂੰ ਸ਼ੋਭਾ ਦਿੰਦਾ, ਜਿਹੜੀ ਸਿੱਖ ਰਾਜਨੀਤੀ। ਅੱਛਾ ਸੰਜੀਵ ਜੀ, ਮੈਨੂੰ ਹੱਲੇ ਵੀ ਨਹੀਂ ਤੁਹਾਡਾ ਪੁਆਇੰਟ ਕਲੀਅਰ ਕਿ ਦਾਦੂਵਾਲ ਨੇ ਕੋਈ ਮਰਿਆਦਾ ਜਿਹੜੀ ਭੰਗ ਕੀਤੀ ਆ? ਮਰਿਆਦਾ ਭੰਗ ਨਹੀਂ ਕੀਤੀ। ਮੈਂ ਇਹ ਕਹਿ ਰਿਹਾ ਹਾਂ ਕਿ ਇੱਦਾਂ ਦੀਆਂ ਜਦੋਂ ਸਟੇਟਮੈਂਟਸ ਆਉਂਦੀਆਂ ਨੇ ਨਾ, ਕਿਤੇ ਨਾ ਕਿਤੇ ਸਾਡੇ ਹਾਰਟ 'ਚੋਂ, ਸਾਡੇ ਦਿਲ 'ਚੋਂ ਨਾ ਉਹ ਤਲਖੀ ਵਾਲੀ ਗੱਲ, ਕਿਉਂਕਿ ਅਸੀਂ ਕੰਟਰੋਲ ਨਹੀਂ ਕਰ ਸਕਦੇ, ਬਿਕੋਜ਼ ਵੀ ਆਰ ਬਟ ਹਿਊਮਨ ਬੀਇੰਗਸ। ਅਸੀਂ ਆਪਣੀ ਗੱਲ ਨੂੰ ਕੰਟਰੋਲ ਨਹੀਂ ਕਰਦੇ। ਕਈ ਵਾਰ ਉਹ ਤਲਖੀ ਬਾਹਰ ਆ ਜਾਂਦੀ ਹੈ, ਠੀਕ ਹੈ ਨਾ। ਉਹ ਤਲਖੀ ਜਿਹੜੀ ਬਾਹਰ ਆਏਗੀ ਨਾ, ਫਿਰ ਬਾਕੀ ਜਾਣੇ ਵੀ। ਅੱਛਾ, ਕੀ ਭਵਿੱਖ ਦੇਖਦੇ ਹੋ ਅੱਗੇਆਂ ਚੋਣਾਂ ਦੇ ਵਿੱਚ? ਜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਬਰਕਰਾਰ ਹੋ ਗਈ ਹੈ, ਕਿਹਨੂੰ ਐਜ ਮਿਲੂਗਾ ਇਹਦੇ 'ਚੋਂ? ਅੱਜ ਦੀ ਤਾਂ ਮੈਂ ਇੱਕ ਸਿੱਧੀ ਸਾਦੀ ਗੱਲ ਕਰਦਾ, ਕਿਉਂਕਿ ਮੈਂ ਤਾਂ ਇਹਨੂੰ ਬਿਲਕੁਲ ਪੋਲਿਟਿਕਸ ਤੋਂ ਅਲੱਗ ਰੱਖਦਾ। ਪਰ ਪੋਲੀਟੀਕਲ ਦੇ ਇਨਵੋਲਵਡ ਆ ਨਾ, ਤੁਸੀਂ ਦੇਖ ਲਓ ਜੀ, ਥੋੜੇ ਦਿਨ ਪਹਿਲਾਂ ਇਨਵੋਲਵਡ ਹੈ ਇੰਨਾ ਕੁ। ਦਾਦੂਵਾਲ ਸਾਹਿਬ ਮਿਲਦੇ ਆ ਸਾਡੇ ਪੋਲਿਟਿਕਸ ਸਾਹਿਬ ਇੰਨਾ ਇਨਵੋਲਵ ਹੁੰਦਾ, ਜੋ ਗੁਰੂ ਸਾਹਿਬ ਨੇ ਸਮਝਾਇਆ। ਪੋਲਿਟਿਕਸ ਇੰਨਾ ਇਨਵੋਲਵ ਕਰੋ ਕਿ ਧਰਮ ਸਹੀ ਰਾਹ ਤੇ ਚੱਲੇ, ਧਰਮ ਨੂੰ ਮੰਨਣ ਵਾਲੇ। ਅੱਛਾ ਕਰੋ ਤੇ ਚਲੋ, ਇਹ ਤਾਂ ਉਹ ਹੋ ਗਿਆ ਨਾ ਵੀ ਇਹ ਤਾਂ ਹੋਊਗਾ, ਹੋਣਾ ਸੀ, ਹੋਊਗਾ। ਇੱਥੇ ਆਉਂਦੇ ਆ, ਸੀਐਮ ਸਾਹਿਬ ਥੋੜੇ ਦਿਨ ਪਹਿਲਾਂ ਸਾਡੇ ਸੀਐਮ ਸਾਹਿਬ ਨੂੰ ਦਾਦੂਵਾਲ ਸਾਹਿਬ ਮਿਲਦੇ ਆ, ਗੱਲਬਾਤ ਹੁੰਦੀ ਆ, ਕਹਿੰਦੇ ਆ ਕਿ ਤੁਸੀਂ ਸਾਨੂੰ ਸਪੋਰਟ ਕਰੋ, ਸਾਡੇ ਹੱਕ 'ਚ ਭੁਗਤੋ। ਇੱਦਾਂ ਲੱਗਦਾ ਕਿ ਗਿਵ ਐਂਡ ਟੇਕ ਦੀ ਰਾਜਨੀਤੀ ਉੱਥੇ ਹੋ ਸਕਦੀ ਹੈ। ਮੈਂ ਇਹੀ ਪੁੱਛਣ ਡਿਆ ਵੀ ਤੁਹਾਨੂੰ ਕਿਹਨੂੰ ਲੱਗਦਾ ਅੱਜ ਮਿਲੂਗਾ ਇਹਦੇ 'ਚ? ਹੁਣ ਇੱਥੇ ਆਪਾਂ ਦੋ ਪੋਲਿਟਿਕਸ ਦੇਖਾਂਗੇ। ਇੱਕ ਪਾਸੇ ਹਰਿਆਣਾ ਹੈ, ਇੱਕ ਪਾਸੇ ਪੰਜਾਬ ਹੈ, ਠੀਕ ਹੈ। ਹੁਣ ਹਰਿਆਣਾ ਦੇ ਵਿੱਚ ਕਿਉਂਕਿ ਜਿਹੜੀ ਸੈਂਟਰ ਦੇ ਵਿੱਚ ਪਾਵਰ ਬੈਠੀ ਹੈ, ਉਹਦੀ ਨਜ਼ਰ ਹਰ ਥਾਂ ਦੇ ਉੱਤੇ ਹੁੰਦੀ ਹੈ, ਕਿਉਂਕਿ ਉਹਨੇ ਛੋਟੀਆਂ ਬਾਡੀਜ਼ ਔਰ ਵੱਡੀਆਂ ਬਾਡੀਜ਼ ਵੀ ਦੇਖਣੀਆਂ ਨੇ, ਰਾਈਟ। ਹੁਣ ਉੱਥੇ ਹੈ ਬੀਜੇਪੀ, ਔਰ ਪੰਜਾਬ ਦੇ ਅੰਦਰ ਬੀਜੇਪੀ ਕਮਜ਼ੋਰ, ਔਰ ਹਰਿਆਣਾ ਦੇ ਅੰਦਰ ਬੀਜੇਪੀ ਦੀ ਗਵਰਨਮੈਂਟ, ਠੀਕ ਹੈ। ਹੁਣ ਇੱਥੇ ਐਜ ਮਿਲਣ ਦੀ ਗੱਲ ਆਉਂਦੀ ਪਈ ਹੈ। ਹੁਣ ਐਜ ਮਿਲਣ ਵਾਸਤੇ ਆਮ ਆਦਮੀ ਪਾਰਟੀ ਵੀ ਮਿਲ ਰਹੀ ਹੈ, ਠੀਕ ਹੈ। ਦਾਦੂਵਾਲ ਸਾਹਿਬ ਦੀ ਮੀਟਿੰਗਸ ਵੀ ਹੋ ਰਹੀਆਂ ਨੇ, ਆਪਾਂ ਹੁਣੇ ਡਿਸਕਸ ਕੀਤਾ ਇਸ ਗੱਲ ਨੂੰ। ਸੋ ਕੋਸ਼ਿਸ਼ ਤਾਂ ਇਹ ਵੀ ਰਹੇਗੀ ਆਮ ਆਦਮੀ ਪਾਰਟੀ ਦੀ, ਠੀਕ ਹੈ। ਹੁਣ ਬੀਜੇਪੀ ਬੀਇੰਗ ਇਨ ਦਾ ਪਾਵਰ ਇਨ ਦਾ ਸੈਂਟਰਲ ਗਵਰਨਮੈਂਟ ਕਿੱਥੇ ਤੱਕ ਹਿੱਲਣ ਦਿੰਦੀ ਹੈ ਗੇਮ, ਇਹ ਵੀ ਚੀਜ਼ ਦੇਖਣ ਵਾਲੀ ਹੈ। ਅੱਛਾ, ਅੱਜ ਸ਼ਾਮ ਨੂੰ ਮੈਨੂੰ ਲੱਗਦਾ ਮਨੋਹਰ ਲਾਲ ਖੱਟਰ ਉਹਨਾਂ ਨੂੰ ਵੀ ਮਿਲਣਗੇ। ਉਹ ਓਬਵੀਅਸ ਹੈ, ਕਿਸੇ ਨੂੰ ਵੀ ਮਿਲਿਆ ਜਾ ਸਕਦਾ। ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਵੀ ਮਿਲਣਾਗਾ ਜੀ, ਗੱਲਬਾਤ ਕਰਾਂਗੇ। ਕਾਰਡਸ ਨੇ ਪੋਲੀਟੀਕਲ ਕਾਰਡਸ ਨੇ, ਔਰ ਇਹ ਹਮੇਸ਼ਾ ਕਾਰਡ ਹਾਊਸ ਹੀ ਬਣਦਾ ਹੁੰਦਾ ਹੈ। ਕਿੰਨੀ ਦੇਰ ਠਹਿਰਦਾ ਉਹ ਪਤਾ ਨਹੀਂ, ਕਿਉਂਕਿ ਇਨ ਦਾ ਐਂਡ ਉਹਨੇ ਡਿੱਗਣਾ ਹੀ ਹੁੰਦਾ ਹੈ। ਹਮੇਸ਼ਾ ਕਾਰਡ ਹਾਊਸ ਹੁੰਦਾ ਹੈ। ਕਾਰਡ ਹਾਊਸ ਹਮੇਸ਼ਾ ਪੋਲਿਟਿਕਸ ਕਾਰਡ ਹਾਊਸ ਹੈ, ਕਦੀ ਵੀ ਡਿੱਗਦਾ ਹੈ ਜਿੰਨੀ ਦੇਰ ਤੱਕ ਉਹ ਟਿਕਿਆ, ਰਾਈਟ। ਦੂਜੀ ਗੱਲ ਇਹ,
ਔਰ ਹੁਣ ਮੇਨ ਗੱਲ ਤੇ ਆਉਂਦੇ ਆ, ਭਾਵੇਂ ਬੀਜੇਪੀ ਐਜ ਲਵੇ, ਭਾਵੇਂ ਆਮ ਆਦਮੀ ਪਾਰਟੀ ਐਜ ਲਵੇ, ਕਿਉਂਕਿ ਹੋਰ ਤਾਂ ਕੋਈ ਉੱਥੇ ਹੈ ਨਹੀਂ ਕਾਂਗਰਸ ਦਾ, ਦੂਰ ਦੂਰ ਤੱਕ ਨਹੀਂ ਕੁਝ ਵੀ ਹੋ ਸਕਦਾ। ਨਹੀਂ, ਮੈਂ ਨਹੀਂ ਮੰਨਦਾ, ਮੈਂ ਇਹ ਦੋਨਾਂ ਨੂੰ ਹੀ ਮੰਨਦਾ, ਕਿਉਂਕਿ ਇਹ ਦੋਨਾਂ ਦੀ ਦੇਖੋ ਇੱਕ ਗੱਲ ਇਹ ਲੈ ਕੇ ਚਲੋ ਸੰਜੀਵ ਜੀ, ਪੋਲਿਟਿਕਸ ਦਾ ਕੁਝ ਵੀ ਹੋ ਸਕਦਾ, ਆਪਾਂ ਥਰਡ ਪਾਰਟੀ ਲੈ ਲੈਂਦੇ, ਲੇਕਿਨ ਦੋਨੋਂ ਪਲੇਅਰਸ ਹੀ ਰਹਿਣਗੇ, ਮੇਜਰ ਪਲੇਅਰ ਹੈ, ਮੇਜਰ ਪਲੇਅਰ ਇਹ ਨੇ, ਦੋਨਾਂ 'ਚ ਕੋਈ ਵੀ ਲਵੇ। ਲਾਈਕਵਾਈਜ਼ ਇੱਧਰ ਆ ਜਾਓ, ਇੱਧਰ ਐਸਏਡੀ ਬੈਠੀ ਹੋਈ ਹੈ ਪਹਿਲਾਂ ਤੋਂ ਹੀ, ਠੀਕ ਹੈ, ਇੱਧਰ ਵੀ ਗੇਮ ਮਗੇਗੀ, ਜਿਹੜੀਆਂ 12 ਸਾਲ ਦੀਆਂ ਇਲੈਕਸ਼ਨਸ ਨਹੀਂ ਹੋਈਆਂ, ਅਗਰ ਇਲੈਕਸ਼ਨਸ ਵੱਲ ਆਪਾਂ ਜਿੱਦਾਂ ਮੁੜਦੇ ਆ, ਗੱਲ ਇਹ ਹੈ ਕੌਣ ਬੈਠੀ ਹੋਈ ਹੈ ਇੱਧਰ? ਸ਼੍ਰੋਮਣੀ ਅਕਾਲੀ ਦਲ, ਐਸਏਡੀ, ਸੈਡ, ਐਸਏਡੀ, ਜਿਹਨੂੰ ਸੈਡ ਕਹਿੰਦੇ, ਐਸਏਡੀ। ਸੋ ਗੱਲ ਸਿੰਪਲ ਇਹ ਹੈ, ਗੇਮ ਕੌਣ ਲੈ ਕੇ ਜਾਂਦਾ, ਐਜ ਕਿੱਧਰ ਨੂੰ ਜਾਂਦਾ। ਸੋ ਫਿਰ ਗੱਲ ਮੈਂ ਉੱਥੇ ਆ ਗਈ, ਬਿਕੋਜ਼ ਮੈਂ ਬੜਾ ਮੋਰਲਿਸਟਿਕ ਹੈ ਇਸ ਮਾਮਲੇ ਦੇ ਵਿੱਚ, ਜਿੱਥੇ ਤੱਕ ਗੁਰੂ ਸਾਹਿਬ ਦੀ ਗੱਲ ਆ ਜਾਂਦੀ ਹੈ, ਕਿਉਂਕਿ ਇਹ ਆਫਟਰ ਆਲ ਸਾਡੇ ਵਾਸਤੇ ਪੋਲਿਟਿਕਸ ਇੰਪੋਰਟੈਂਟ ਨਹੀਂ ਹੈ। ਜਦੋਂ ਅਸੀਂ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਹਾਂ, ਅਸੀਂ ਇਸੇ ਕਰਕੇ ਡਿਸਕਸ ਕਰਨ ਲੱਗੇ ਹਾਂ। ਦੇਖੋ ਪੋਲਿਟਿਕਲੀ ਅਸੀਂ ਇਹਨਾਂ ਚੀਜ਼ਾਂ ਤੋਂ ਨਿਜਾਤ ਚਾਹੁੰਦੇ ਹਾਂ, ਔਰ ਜਦੋਂ ਤੱਕ ਤੁਸੀਂ ਪੋਲਿਟਿਕਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਹੋ, ਤੁਸੀਂ ਨਿਜਾਤ ਪਾ ਵੀ ਨਹੀਂ ਸਕਦੇ ਹੋ। ਜਿੱਦਾਂ ਧਾਮੀ ਸਾਹਿਬ ਨੇ ਕਿਹਾ ਨਾ, ਦਾਦੂਵਾਲ ਸਾਹਿਬ ਨੇ ਕਿਹਾ ਕਿ ਸਾਨੂੰ ਆਜ਼ਾਦੀ ਮਿਲ ਗਈ, ਲਾਈਕਵਾਈਜ਼ ਪਬਲਿਕ ਦੀ ਸੋਚ ਵੀ ਇਹ ਹੋਣੀ ਚਾਹੀਦੀ ਹੈ ਕਿ ਸਾਨੂੰ ਕਦੋਂ ਆਜ਼ਾਦੀ ਮਿਲਣੀ ਹੈ, ਸਾਡੇ ਇਹਨਾਂ ਪਵਿੱਤਰ ਸਥਾਨਾਂ ਨੂੰ ਇਸ ਗੰਦੀ ਰਾਜਨੀਤੀ ਤੋਂ ਆਜ਼ਾਦੀ ਕਦੋਂ ਮਿਲਣੀ ਹੈ, ਇਹ ਸਾਡੀ ਸੋਚ ਹੋਣੀ ਚਾਹੀਦੀ ਹੈ। ਔਰ ਜਦੋਂ ਤੱਕ ਪਬਲਿਕ ਸਟਰੋਂਗ ਨਹੀਂ ਹੁੰਦੀ ਕਿ ਤੁਸੀਂ ਇਸ ਗੰਦੀ ਰਾਜਨੀਤੀ ਤੋਂ ਸਾਡੇ ਗੁਰੂ ਸਾਹਿਬਾਨ ਦੇ ਪਵਿੱਤਰ ਸਥਾਨਾਂ ਨੂੰ ਮੁਕਤ ਕਰੋ, ਉਦੋਂ ਤੱਕ ਇਹਨਾਂ ਰਾਜਨੀਤੀ ਖੇਡਣ ਵਾਲਿਆਂ ਨੇ ਰਾਜਨੀਤੀ ਖੇਡਦੇ ਜਾਣਾ ਹੈ। ਕਿਸੇ ਨੇ ਕਿਸੇ ਦੇ ਇਲਜ਼ਾਮ ਲਗਾਉਣਾ ਕਿ ਤੁਸੀਂ ਗੁਰੂ ਕੀ ਗੋਲਕ ਤੇ ਕਬਜ਼ਾ ਪਾ ਕੇ ਬੈਠੇ ਹੋ, ਉਹਨਾਂ ਨੇ ਦੂਜਿਆਂ ਤੇ ਇਲਜ਼ਾਮ ਲਗਾਉਣਾ ਤੁਸੀਂ ਉੱਥੇ ਗੁਰੂ ਕੀ ਗੋਲਕ ਤੇ ਕਬਜ਼ਾ ਪਾ ਕੇ ਬੈਠੇ ਹੋ। ਗੁਰੂ ਕੀ ਗੋਲਕ ਕਿਹਨਾਂ ਦੀ ਹੈ? ਸਾਡੀ ਸਾਰਿਆਂ ਦੀ ਸਾਂਝੀ, ਉਹ ਤਾਂ ਪਬਲਿਕ ਵਾਸਤੇ ਹੈ, ਉਹ ਕਿਸੇ ਪੋਲੀਟੀਕਲ ਪਾਰਟੀ ਦੀ ਤਾਂ ਹੈ ਹੀ ਨਹੀਂ। ਔਰ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੋਲੀਟੀਕਲ ਪਾਰਟੀ ਹੋ, ਤਾਂ ਗੁਰੂ ਸਾਹਿਬ ਦੇ ਸਾਹਮਣੇ ਤਾਂ ਸਾਰੇ ਹੀ ਨਤਮਸਤਕ ਨੇ, ਸਾਰੀ ਸੰਗਤ ਹੈਗੀ ਹੈ। ਉਹ ਪੋਲੀਟੀਕਲ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਸਤਯੁਗ ਚਲੇ ਜਾਂਦੇ ਹੋ, ਫਿਰ ਤੁਹਾਨੂੰ ਮੋੜ ਕੇ ਲਿਆਉਣਾ ਪੈਂਦਾ ਹੈ। ਦੇਖੋ ਬੜਾ ਆਈਡੀਅਲਿਸਟਿਕ ਵੇ ਹੋਣੀ ਚਾਹੀਦੀ ਹੈ। ਕਮ ਸੇ ਕਮ ਪਵਿੱਤਰ ਸਥਾਨਾਂ ਨੂੰ ਤਾਂ ਰਾਜਨੀਤੀ ਤੋਂ ਤੁਸੀਂ ਦੂਰ ਰੱਖੋ। ਦੇਖੋ ਹੋਣਾ ਤੇ ਬਹੁਤ ਕੁਝ ਚਾਹੀਦਾ ਸੰਜੀਵ ਜੀ, ਨਿੱਕੇ ਥਾਵਾਂ ਦੇ ਉੱਤੇ। ਮੈਂ ਹਮੇਸ਼ਾ ਕਿਸੇ ਮੁਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਹੋਵੇ, ਉੱਥੇ ਪ੍ਰਧਾਨਗੀ ਵਾਸਤੇ ਤੁਸੀਂ ਆਪਸ 'ਚ ਤੁਸੀਂ ਲੋਕਾਂ ਨੂੰ ਲੜਦੇ ਹੋਏ ਦੇਖੋ। ਮੈਂ ਉਹੀ ਗੱਲ ਕਹਿ ਰਿਹਾ ਸੰਜੀਵ ਜੀ, ਆਈਡੀਅਲਿਸਟਿਕ ਹੋਣਾ ਬਹੁਤ ਜ਼ਰੂਰੀ ਹੈ ਚਲੋ, ਪਰ ਤੁਸੀਂ ਉਹਨੂੰ ਯੂ ਕੀਪ ਇਟ ਦੈਟ ਵੇ। ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਹੁਣ ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਅਸੀਂ ਇਹ ਕਹਿ ਰਹੇ ਕਿ ਕਿਉਂ ਹੋ ਗਿਆ ਤੇ ਕਿਸ ਤਰੀਕੇ ਨਾਲ ਹੋ ਗਿਆ। ਨੈਚੁਰਲੀ ਹੈ ਨਾ, ਆਪਾਂ ਇੱਥੇ ਇਸ ਕੰਮ ਲਈ ਬੈਠੇ। ਓਨ ਪੈਟੀ ਇੰਟਰਸਟ, देयर ਓਨ ਸੈਲਫ ਇੰਟਰਸਟ, ਲਾਲਚ ਜੀ। ਇੱਕ ਇਨਸਾਨ ਦੇ ਵਿੱਚੋਂ ਲਾਲਚ ਕੱਢ ਦਿਓ, ਧਰਮਾਤਮਾ ਉਹਦੇ 'ਚ ਹੋਰ ਕੁਝ ਹੈ ਨਹੀਂ। ਹੁਣ ਇਹ ਲਾਲਚ ਹੈ, ਲਾਲਚ ਨੂੰ ਜਿੰਨਾ ਮਰਜ਼ੀ ਡਿਸਕਸ ਕਰੇ। ਮੈਨੂੰ ਲੱਗਦਾ ਕਿ ਦੇਖੋ ਨਾ, ਆਪਾਂ ਹੁਣ ਅੱਗੇ ਵਧ ਲਈਏ, ਕਿਉਂਕਿ ਅੱਗੇ ਵੀ ਲਾਲਚ ਦੀ ਉਹ ਗੇਮ ਹੈ, ਚਾਹੇ ਉਹ ਰਾਜਨੀਤੀ ਹੈ ਔਰ ਚਾਹੇ ਧਰਮ ਦੇ ਅੰਦਰ ਅਸੀਂ ਰਾਜਨੀਤੀ ਨੂੰ ਲੈ ਕੇ ਆਏ ਹਾਂ। ਗੁਰੂ ਸਾਹਿਬ ਨੇ, ਮੈਂ ਇੱਥੇ ਐਂਡ ਅਪ ਕਰਾਂਗਾ, ਗੁਰੂ ਸਾਹਿਬ ਨੇ ਜਦੋਂ ਕਿਹਾ ਸੀ ਨਾ ਕਿ ਰਾਜਨੀਤੀ ਜ਼ਰੂਰੀ ਹੈ, ਧਰਮ ਦੇ ਹਿੱਸੇ ਵਿੱਚ ਜ਼ਰੂਰੀ ਹੈ, ਉਹ ਲਾਲਚ ਤੋਂ ਬਿਨਾਂ ਵਾਲੀ ਗੱਲ ਕੀਤੀ ਸੀ। ਇਸ ਕਰਕੇ ਰਾਜਨੀਤੀ ਜ਼ਰੂਰੀ ਹੈ, ਕਿਉਂਕਿ ਉਹ ਸਾਡੀ ਰਾਜਨੀਤੀ ਜਿਹੜੀ ਹੈ ਨਾ, ਉਹ ਲਾਲਚ ਤੋਂ ਬਿਨਾਂ ਹੋਏਗੀ। ਜੋ ਗੁਰੂ ਸਾਹਿਬਾਨ ਰਾਜਨੀਤੀ ਕਰਦੇ ਨੇ, ਉਹ ਲਾਲਚ ਵਾਲੀ ਨਹੀਂ, ਕਿਉਂਕਿ ਉਹਦੇ ਵਿੱਚ ਆਪਣੇ ਵਾਸਤੇ ਕੁਝ ਨਹੀਂ ਕੀਤਾ ਜਾਂਦਾ। ਜੋ ਕੁਝ ਕੀਤਾ ਜਾਂਦਾ ਹੈ ਕਮਿਊਨਿਟੀ ਵਾਸਤੇ ਕੀਤਾ ਜਾਂਦਾ ਹੈ, ਸਭ ਦੇ ਵਾਸਤੇ ਕੀਤਾ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਨਾ ਸਭ ਦੇ ਸੁੱਖ ਦੇ ਵਿੱਚ ਆਪਣਾ ਸੁੱਖ ਹੁੰਦਾ। ਵਾਕਈ ਇਹ ਤਾਂ ਗੱਲ ਤੁਹਾਡੀ ਬਹੁਤ ਦਰੁਸਤ ਹੈ, ਕਿਉਂਕਿ ਪਰ ਕੀ ਕਰ ਸਕਦੇ ਆ, ਇਹ ਪੋਲੀਟੀਕਲੀ ਸਿਨੈਰੀਓ ਜਿਹੜੇ ਅੱਜ ਕੱਲ੍ਹ ਦੇ ਆ, ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਮਿਆਰ ਤੋਂ ਗਿਰੇ ਹੋਏ, ਵਿਜ਼ਨ ਤੋਂ ਗਿਰੇ ਹੋਏ ਇੱਦਾਂ ਦੇ ਦਿਮਾਗ ਜਿਹੜੇ ਰੋਸ਼ਨ ਨਹੀਂ ਹੈਗੇ, ਜਦੋਂ ਉਹ ਅੱਗੇ ਆਉਂਦੇ ਨੇ, ਉਹ ਆਪਣੀਆਂ ਉਹੋ ਜਿਹੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਗੱਲਾਂ ਦਾ ਕੋਈ ਮਾਇਨਾ ਨਹੀਂ ਹੁੰਦਾ, ਤਾਂ ਫਿਰ ਇੱਦਾਂ ਦੀਆਂ ਸਿਚੁਏਸ਼ਨਸ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਕਿਸੇ ਵਾਸਤੇ ਵੀ ਖਤਰਨਾਕ ਨੇ, ਬਲਕਿ ਸਭ ਦੇ ਵਾਸਤੇ ਖਤਰਨਾਕ ਹੁੰਦੀਆਂ ਨੇ ਜੀ। ਸੋ ਖੈਰਾ ਸਾਹਿਬ, ਹੁਣ ਇਸ ਲਾਲਚ ਦੀ ਗੇਮ ਨੂੰ ਅੱਗੇ ਲੈ ਕੇ ਤੁਰਦੇ ਹਾਂ। ਕੈਪਟਨ ਸਾਹਿਬ, ਅੱਛਾ ਮੈਂ ਕੁਝ ਨਹੀਂ ਕਹਿ ਰਿਹਾ ਲਾਲਚ ਨੂੰ, ਪਹਿਲਾਂ ਨਹੀਂ ਕਹਿ ਰਿਹਾ ਮੈਂ, ਲਾਲਚ ਦੀ ਗੇਮ ਹੈ। ਲਾਲਚ ਦੀ ਗੇਮ, ਜੇ ਬਿਨਾਂ ਲਾਲਚ ਤੋਂ ਤੁਸੀਂ ਪੋਲਿਟਿਕਸ ਕੀ ਕਰੋਗੇ? ਕੁਰਸੀ ਦਾ ਲਾਲਚ, ਮੈਂ ਉੱਥੇ ਪਹੁੰਚਾ ਕਹਿਣ ਨੂੰ, ਇਹ ਪੰਜਾਬ ਸੂਬੇ ਦੀ ਬਿਹਤਰੀ ਲਈ, ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ, ਨਸ਼ੇ ਖਤਮ ਕਰਨ ਲਈ, ਸਭ ਕੁਝ, ਕਿਉਂਕਿ ਬਾਰਡਰ ਏਰੀਆ। ਅੱਛਾ 2007 ਮੈਨੂੰ ਯਾਦ ਆ ਗਈ, ਜਦੋਂ ਬੜਾ ਵੱਡਾ ਮੈਜੋਰਿਟੀ ਇਹਨਾਂ ਨੂੰ, ਬੜੀ ਵੱਡੀ ਮੈਜੋਰਿਟੀ ਮਿਲਦੀ ਹੈ ਇਹਨਾਂ ਨੂੰ, ਉਦੋਂ ਵੀ ਇਹ ਕਹਿੰਦੇ ਸੀ ਵੀ ਮੈਂ ਤੇ ਉਦੋਂ ਤੋਂ ਗੁਟਕਾ ਸਾਹਿਬ ਫੜ ਕੇ, ਸ਼੍ਰੀ ਗੁਟਕਾ ਸਾਹਿਬ ਫੜ ਕੇ ਇਹਨਾਂ ਨੇ ਸਹੁੰ ਚੱਕ ਲਈ ਕਿ ਨਸ਼ੇ ਖਤਮ ਕਰ ਦੂੰਗਾ, ਰੋਜ਼ਗਾਰ ਦੇ ਦੂੰਗਾ, ਗਰੀਬੀ ਵੀ ਦੂਰ ਹੋ ਜਾਣੀ ਆ, ਸਭ ਕੁਝ ਹੋ ਗਿਆ। ਮੈਨੂੰ ਲੱਗਦਾ 2017 ਦੇ ਵਿੱਚ ਹੋ ਗਿਆ। ਫਿਰ ਵਿੱਚੋਂ ਵਿੱਚ ਉਹ ਆਪ ਵੀ ਦੂਰ ਹੋ ਗਏ, ਪਰ ਦੂਰ ਉਹ ਕਾਂਗਰਸ ਤੋਂ ਹੋਏ। ਹੁਣ ਸ਼ਾਮਲ ਹੋ ਗਏ। ਹੁਣ ਸ਼ਾਮਲ ਹੋਣ ਦੇ ਨਾਲ ਨਾ ਬੜੀਆਂ ਅੜਕਣਾਂ ਹੁੰਦੀਆਂ, ਪੋਲੀਟੀਕਲ ਜਿਹੜੇ ਕਿਆਸੇ ਲੱਗਦੇ ਆ, ਉਹ ਕਹਿੰਦੇ ਜੀ ਕੀ ਫਾਇਦਾ ਅਤੇ ਕੀ ਨੁਕਸਾਨ ਹੋ ਸਕਦਾ। ਮੈਨੂੰ ਲੱਗਦਾ ਜੋ ਕੈਪਟਨ ਅਮਰਿੰਦਰ ਨੂੰ ਫਾਇਦਾ ਹੋ ਸਕਦਾ, ਮੈਨੂੰ ਜੋ ਲੱਗਦਾ ਹੈ ਕਿ ਇਹਨਾਂ ਨੂੰ ਫਾਇਦਾ ਹੋ ਸਕਦਾ, ਕਿਉਂਕਿ ਇਹ ਦੂਸਰੀ ਟਰਮ ਅਸੀਂ ਕਹਿ ਲਈਏ ਕਿ ਇਹਨਾਂ ਦੀ ਹੋ ਸਕਦੀ ਹੈ। ਲੋਕੀ ਨੂੰ ਇਹ ਵੀ ਦੇਖ ਰਿਹਾ ਕਿ ਸ਼ਾਹੀ ਪਰਿਵਾਰ ਦਾ ਕੌਮਾਂਤਰੀ ਰਾਜਨੀਤੀ ਦੇ ਵਿੱਚ ਚਲੇ ਜਾਣਾ,
ਜਿੱਥੇ ਹੁਣ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਆਪ ਤੇ ਬੈਕ ਫੁੱਟ ਤੇ ਹੋਣਗੇ ਨਾ, ਕਹਿੰਦੇ ਨੇ ਕਿ ਜਦੋਂ ਤੁਸੀਂ ਕਿੰਗ ਨਾ ਰਹੋ ਤੇ ਫਿਰ ਕਿੰਗ ਮੇਕਰ ਬਣ ਜਾਓ। ਇਹ ਚੀਜ਼ ਹੁਣ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਹੁਣੀ ਕਰਨਗੇ, ਕਿਉਂਕਿ ਉਹਨਾਂ ਦੀ ਜੈਇੰਦਰ ਕੌਰ ਉਹਨਾਂ ਦੀ ਸਪੁੱਤਰੀ ਤੇ ਇਹਨਾਂ ਦਾ ਬੇਟਾ ਰਣਿੰਦਰ, ਇਹਨਾਂ ਨੂੰ ਟਿਕਟ ਦਿਵਾਉਣ ਦੇ ਚੱਕਰ ਦੇ ਵਿੱਚ ਲੱਗਦਾ ਉਹ ਤੁਰੇ ਫਿਰਨਗੇ। ਔਰ ਇਸ ਤੋਂ ਇਲਾਵਾ ਜੋ ਦੇਖਿਆ ਜਾਂਦਾ ਕਿ ਕਹਿੰਦੇ ਆ ਵੀ ਬੀਜੇਪੀ ਦਾ ਜਿਹੜਾ ਹੁਣ ਰਸੂਖ ਆ, ਕਹਿੰਦੇ ਜੀ ਵੈਸੇ ਵੀ ਤੁਸੀਂ ਤੁਹਾਡੇ ਜਿਹੜੇ ਕਾਲੇ ਕਾਂ ਆ ਉਹ ਚਿੱਟੇ ਹੋ ਜਾਂਦੇ ਆ, ਤੇ ਫਿਰ ਕੈਪਟਨ ਅਮਰਿੰਦਰ ਵੀ ਕਾਲੇ ਕਾਂ ਚਿੱਟੇ ਕਰ ਸਕਦੇ ਨੇ। ਲਿਸਟ ਵੀ ਦਿੱਤੀ ਸੀ ਔਰ ਆਪਣੇ ਜਿਹੜੇ ਖਾਸਮ ਖਾਸ ਤੁਹਾਨੂੰ ਹੋਰ ਕੀ ਫਾਇਦਾ ਲੱਗਦਾ ਕਿ ਕੈਪਟਨ ਅਮਰਿੰਦਰ? ਮੈਂ ਤੁਹਾਨੂੰ ਫਾਇਦਾ ਹੀ ਦੱਸਦਾ ਪਿਆ। ਹਾਂ, ਲਿਸਟ ਵੀ ਦਿੱਤੀ ਸੀ ਖਾਸਮ ਖਾਸ ਜਿਹੜੇ ਹਾਂ, ਬੀਜੇਪੀ ਨੇ ਰਿਜੈਕਟ ਕਰ ਦਿੱਤੇ। ਕਹਿੰਦੇ ਜਿੰਨਾ ਕਾਂਗਰਸੀਆਂ ਉੱਤੇ ਨਾ ਇਲਜ਼ਾਮ ਲੱਗੇ ਹੋਏ ਨੇ ਰਿਸ਼ਵਤਖੋਰੀ ਦੇ, ਬੇਈਮਾਨੀ ਦੇ, ਕਪਲਿਆਂ ਦੇ, ਉਹਨਾਂ ਨੂੰ ਅਸੀਂ ਨਹੀਂ ਲੈਣਾ ਆਪਣੇ ਵਿੱਚ। ਅੱਛਾ, ਉਹਨਾਂ ਦੇ ਖਾਸਮ ਖਾਸ ਧਰਮਸੋਤ ਸਾਹਿਬ ਦੀ ਵੀ ਉਹਨਾਂ ਨੇ ਐਂਟਰੀ ਬੈਨ ਕਰ ਦਿੱਤੀ ਹੈ ਬੀਜੇਪੀ ਨੇ। ਸੋ ਇਦਾਂ ਦੇ ਕਈ ਲੋਕ ਨੇ ਜਿਨ੍ਹਾਂ ਦੀ ਐਂਟਰੀ ਬੈਨ ਕੀਤੀ ਹੈ। ਸਾਬਕਾ ਉਪ ਮੁੱਖ ਮੰਤਰੀ ਵੀ ਸ਼ਾਮਿਲ ਨੇ ਉਹਦੇ ਵਿੱਚ, ਸੋਨੀ ਸਾਹਿਬ, ਉਹਨਾਂ ਦੀ ਵੀ ਐਂਟਰੀ ਬੈਨ ਹੈ। ਸੋ ਗੱਲ ਫਾਇਦਾ ਨੁਕਸਾਨ ਕੀ ਹੈ, ਹੋਰ ਕੋਈ ਰਾਹ ਨਹੀਂ ਉਹਨਾਂ ਕੋਲ। ਅੱਛਾ, ਕਾਂਗਰਸ ਨੂੰ ਕੋਈ ਨੁਕਸਾਨ ਹੋ ਸਕਦਾ ਇਸ ਚੀਜ਼ ਦਾ? ਇਹ ਕੈਪਟਨ ਅਮਰਿੰਦਰ ਹੋਣਾ ਦਾ ਬੀਜੇਪੀ ਚ ਚਲੇ ਗਏ ਉਹ। ਜਦੋਂ ਇੱਕ ਵਾਰੀ ਬੰਦਾ ਕੈਪਟਨ ਅਮਰਿੰਦਰ ਸਾਹਿਬ ਨੂੰ ਜਦੋਂ ਬੀਜੇਪੀ ਚ ਚਲੇ ਗਏ, ਕੈਪਟਨ ਅਮਰਿੰਦਰ ਜੀ ਨੂੰ ਜਦੋਂ ਕੱਢਿਆ ਹੈ ਬਾਹਰ, ਕਾਂਗਰਸ ਨਹੀਂ ਕੱਢਿਆ, ਆਪਣੇ ਆਪ ਤਾਂ ਉਹ ਗਏ ਨਹੀਂ ਹੈਗੇ। ਸੋ ਉਹਨਾਂ ਨੇ ਕੈਲਕੂਲੇਸ਼ਨਸ ਕਰ ਲਈ ਹੋਏਗੀ ਕਿ ਕੈਪਟਨ ਜੀ ਨੂੰ ਬਾਹਰ ਕੱਢਣ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ। ਔਰ ਉਹਨਾਂ ਨੂੰ ਨੁਕਸਾਨ ਕੀ ਹੋਣਾ? ਪਹਿਲਾਂ ਜਾ ਕੇ ਉਹਨਾਂ ਨੇ ਆਪਣੀ ਪੰਜਾਬ ਲੋਕ ਕਾਂਗਰਸ ਬਣਾ ਲਈ, ਨਾ ਆਪ ਜਿੱਤੇ ਨਾ ਕੋਈ ਬੰਦਾ ਜਿੱਤਿਆ ਉਹਨਾਂ 'ਚੋਂ, ਔਰ ਉਸ ਤੋਂ ਬਾਅਦ ਇੱਧਰ ਸ਼ਿਫਟ ਹੋ ਗਏ। ਐਕਚੁਅਲੀ ਉਹ ਪਹਿਲਾਂ ਹੀ ਸ਼ਿਫਟ ਹੋ ਚੁੱਕੇ ਸੀ, ਉਹ ਪਹਿਲਾਂ ਹੀ ਬੀਜੇਪੀ ਹੋਈ ਸੀ। ਉਹ ਤਾਂ ਦਿਖਾਵਾ ਸੀ, ਚਲੋ ਇੱਕ ਪਾਰਟੀ ਹੈ, ਹੁਣ ਪਾਰਟੀ ਨੂੰ ਵਿਲੀਨ ਕਰ ਦਿੱਤਾ, ਕਿਉਂਕਿ ਸਿੱਧੇ ਬੀਜੇਪੀ 'ਚ ਜਾਂਦੇ ਤਾਂ ਬੇਇੱਜ਼ਤੀ ਬਹੁਤ ਹੋਣੀ ਸੀ। ਹੁਣ ਸਿੱਧੇ ਨਾ ਗਈ, ਹੁਣ ਉਹ ਵੜ ਪਾ ਕੇ ਗਏ ਨੇ। ਪਤਾ ਉਹਨਾਂ ਨੂੰ ਵੀ ਸੀ, ਕਿਉਂਕਿ ਪੁਰਾਣੇ ਖਿਡਾਰੀ ਨੇ, ਤੁਹਾਨੂੰ ਪਤਾ ਹੈ ਕਿ ਬਣਨਾ ਕੁਝ ਨਹੀਂ ਸੀਗਾ ਨਵੀਂ ਪਾਰਟੀ ਬਣਾ ਕੇ, ਉਹ ਖਿੱਦੋ ਖੁੰਡੀ ਆਪ ਹੀ ਖੇਡਦੇ ਰਹਿਣਾ ਸੀ। ਖਿਡਾਰੀ ਤੇ ਸੰਜੀਵ ਜੀ ਤੁਸੀਂ ਵੀ ਬੜੇ ਪੁਰਾਣੇ ਹੋ, ਤੇ ਫਿਲਹਾਲ ਮੈਂ ਕਿਹਾ ਸਾਡਾ ਸਮਾਂ ਕਹਿੰਦਾ ਵੀ ਹੁਣ ਅਸੀਂ ਜਾਈਏ। ਪਰ ਇਹ ਹੈ ਆਪਾਂ ਚੱਲਦੇ ਹਾਂ, ਪਰ ਇਹ ਦੇਖੋ ਨਾ ਕੀ ਸਿਨੈਰੀਓ ਹੈ, ਮਤਲਬ ਕੀ ਤੁਹਾਡਾ ਕਿਰਦਾਰ ਸਾਹਮਣੇ ਆ ਰਿਹਾ, ਕੀ ਤੁਹਾਡਾ ਕਰੈਕਟਰ ਸਾਹਮਣੇ ਆ ਰਿਹਾ ਹੈ। ਆਉਣ ਵਾਲੀਆਂ ਜਨਰੇਸ਼ਨਸ ਕੀ ਤੁਹਾਡੇ ਕੋਲ ਸਿੱਖ ਸਕਦੀਆਂ। ਅੱਛਾ, ਇੱਕ ਗੱਲ ਹੁਣ ਜਾਣਦੇ ਰੱਖਿਆ ਕਰੋ ਵੀ ਜੰਗ ਤੇ ਰਾਜਨੀਤੀ ਜਿਹੜੀ ਆ ਉਹ ਸੇਮ ਹੀ ਹੁੰਦੀ ਹੈ। ਕਿ ਅਸੀਂ ਕਹਿੰਦੇ ਨਾ ਵੀ ਮੁਹੱਬਤ ਤੇ ਜੰਗ 'ਚ ਸਭ ਕੁਝ ਜਾਇਜ਼ ਆ, ਤੇ ਫਿਰ ਉਹਨੂੰ ਕੀ ਕਹਿ ਸਕਦੇ? ਇਹ ਪਤਾ ਨਹੀਂ ਕਿਹਨੇ ਕਿਹਾ ਸੀ, ਪਰ ਜਿਹਨੇ ਕਿਹਾ ਸੀ ਉਹਨੇ ਗਲਤ ਹੀ ਕਿਹਾ ਸੀ। ਚਲੋ ਫਿਲਹਾਲ, ਕਿਉਂਕਿ ਹਮੇਸ਼ਾ ਫਿਰ ਤੋਂ ਗੱਲ ਉੱਥੇ ਆ ਜਾਏਗੀ ਕਿ ਇਨਸਾਨ ਸਹੀ ਤਰੀਕੇ ਨਾਲ ਚੱਲੇ ਤਾਂ ਕੁਦਰਤ ਸਾਥ ਦਿੰਦੀ ਹੈ। ਵਾਕਈ ਇਨਸਾਨ ਸਹੀ ਤਰੀਕੇ ਨਾਲ ਚੱਲੇ ਤੇ ਕਹਿੰਦੇ ਹੁੰਦੇ ਨਾ ਵੀ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਫਿਲਹਾਲ ਮੈਨੂੰ ਤੇ ਸੰਜੀਵ ਜੀ ਨੂੰ ਦਿਓ ਇਜਾਜ਼ਤ, ਤੇ ਅਸੀਂ ਫਿਰ ਮਿਲਾਂਗੇ ਇਸੇ ਉਮੀਦ ਦੇ ਨਾਲ ਕਿ ਅਸੀਂ ਫਿਰ ਆਵਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।